ਸ੍ਰੀ ਵਾਹਿਗੁਰੂ ਜੀ। ਸੋਚੈ ਸੋਚ ਨ ਹੋਈ, ਜੇ ਸੋਚੀ ਲੱਖ ਵਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਪਹਿਲੀ ਪੌੜੀ ਹੈ ਮੂਲ ਮੰਤਰ ਤੋਂ ਬਾਅਦ। ਮੂਲ ਮੰਤਰ ਤੇ ਸ਼ਲੋਕ ਇਹ 38 ਪੌੜੀਆਂ ਦੀ ਗਿਣਤੀ ਤੋਂ ਬਾਹਰ ਨੇ। ਜਪਜੀ ਸਾਹਿਬ ਦੇ ਸ਼ਬਦ 40 ਨੇ। ਮੂਲ ਮੰਤਰ ਤੇ ਸ਼ਲੋਕ ਤੋਂ ਬਿਨਾਂ 38 ਪੌੜੀਆਂ ਨੇ। ਉਹਨਾਂ ਦੇ ਅਨੁਸਾਰ ਇਹ ਪਹਿਲੀ ਪੌੜੀ। ਸੋ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਹੈ, ਸੋ ਆਓ ਮਨ ਬਿਰਤੀਆਂ ਇਕਾਗਰ ਕਰੋ। ਇਹ ਪੋਥੀਆਂ ਦੇ ਵਿੱਚ ਪੂਰਾ ਆਪਣਾ ਧਿਆਨ ਰੱਖਣਾ ਹੈ। ਜਿੱਥੇ ਉਚਾਰਨ ਭੇਦ ਆਉਣਗੇ ਉਹ ਹੁਣ ਵਿਚਾਰ ਸ਼ੁਰੂ ਹੋ ਗਈ ਹੈ। ਵਿਸਰਾਮ ਭਾਈ ਸਾਹਿਬ ਜੀ ਜ਼ਬਾਨੀ ਪੱਕੇ ਹੋਏ ਉਹਨਾਂ ਦੇ, ਫਿਰ ਵੀ ਜਿੱਥੇ ਲੋੜ ਪਊਗੀ ਮੈਂ ਉਹਨਾਂ ਨੂੰ ਨਿਖਾਰੂੰਗਾ ਵੀ ਇਸ ਤਰ੍ਹਾਂ ਹੈ। ਅਤੇ ਜਿੱਥੇ ਇਹਨਾਂ ਨੇ ਵਿਸਰਾਮ ਲਾਇਆ ਹੈ ਉਹਦਾ ਧਿਆਨ ਰੱਖੋ। ਅਤੇ ਫਿਰ ਤੀਸਰਾ ਹੈ ਅਰਥਾਂ ਦਾ ਧਿਆਨ ਰੱਖੋ। ਸੁੱਧ ਪਾਠ ਅਤੇ ਅਰਥ ਸੁੱਧ। ਸੁੱਧ ਅਰਥ ਸੁੱਧ ਬੋਧ, ਸੁੱਧ ਅਰਥ ਸੁੱਧ ਬੋਧ, ਸੁੱਧ ਬੁੱਧ ਵਿਗਿਆਨ, ਸੁੱਧ ਬੋਧ ਅਬੋਧ ਸੁਬੋਧ। ਆਓ ਮਨ ਬਿਰਤੀਆਂ ਇਕਾਗਰ ਕਰੋ। ਜਿਸ ਪ੍ਰਕਾਰ ਅੱਗੇ ਵਿਚਾਰ ਆ ਰਹੀ ਹੈ ਅਤੇ ਉਹ ਆਪ ਜੀ ਸਰਵਣ ਕਰੋ। ਸ੍ਰੀ ਵਾਹਿਗੁਰੂ ਜੀ। ਸੋਚੈ ਸੋਚ ਨ ਹੋਈ, ਜੇ ਸੋਚੀ ਲੱਖ ਵਾਰ। ਮਹਾਰਾਜ ਸਾਹਿਬ ਜੀ ਨੇ ਇਸ ਪੌੜੀ ਨੂੰ ਵੀ, ਕਿਉਂਕਿ ਸਾਰਾ ਜਪਜੀ ਸਾਹਿਬ ਇਹ ਉੱਤਰ ਪ੍ਰਸ਼ਨਾਂ ਦੇ ਵਿੱਚ ਹੈ, ਅਤੇ ਇਹਦੇ ਵਿੱਚ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਅੰਮ੍ਰਿਤ ਬਚਨ ਉਚਾਰਨ ਕੀਤੇ ਨੇ, ਸਿੱਧਾਂ ਦੇ 4 ਪ੍ਰਸ਼ਨਾਂ ਵਿੱਚ। ਸਿੱਧਾਂ ਦਾ ਪਹਿਲਾ ਪ੍ਰਸ਼ਨ ਹੈ ਕਿ ਵਾਹਿਗੁਰੂ ਦੀ ਪ੍ਰਾਪਤੀ, ਸਰੂਪ ਦੀ ਸਿਖਿਆਤਾ ਉਹ ਕਿਹੜੇ ਸਾਧਨਾਂ ਨਾਲ ਹੋ ਸਕਦੀ ਹੈ। ਮੂਲ ਮੰਤਰ ਦੇ ਅਰਥ ਤੋਂ ਉਹਨਾਂ ਨੂੰ ਨਿਸ਼ਚਾ ਹੋ ਗਿਆ ਵੀ ਗੁਰੂ ਨਾਨਕ ਸਾਹਿਬ ਦੇ ਕੋਲ ਗਿਆਨ ਦਾ ਐਡਾ ਵੱਡਾ ਭੰਡਾਰਾ ਹੈ। ਇਹਨਾਂ ਦੇ ਬਚਨ ਜਿਹੜੇ ਨੇ ਅਸਰ ਵੀ ਕਰਦੇ ਨੇ। ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਇਹ ਤਾਂ ਮੰਨ ਲਈ ਉਹਨਾਂ ਨੇ ਗੱਲ। ਹੁਣ ਉਹ ਜਾਣਨ ਵਾਸਤੇ ਜਾਂ ਹਿੰਦੁਸਤਾਨ ਵਿੱਚ ਉਸ ਵੇਲੇ ਜਿਹੜੇ ਕਰਮਕਾਂਡ ਪ੍ਰਚਲਿਤ ਸਨ, ਦਿਖਾਵੇ ਮਾਤਰ, ਉਹਦੇ ਪ੍ਰਭਾਵ ਹੇਠੋਂ ਪੁੱਛਦੇ ਹੈ ਕਿ ਜੀ 4 ਸਾਧਨ ਪ੍ਰਚਲਿਤ ਨੇ ਕਿ ਸਰੀਰ ਦੀ ਪਵਿੱਤਰਤਾ ਹੋਵੇ ਤਾਂ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹ ਸਿੱਧਾਂ ਦਾ ਪ੍ਰਸ਼ਨ ਹੈ। ਪ੍ਰਸ਼ਨ ਦਾ ਖਿਆਲ ਰੱਖਣਾ ਹੈ। ਦੂਸਰਾ ਜੀ, ਮੌਨ ਧਾਰਨ ਕਰਨ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਬਹੁਤ ਸਾਰੇ ਲੋਕ ਮੌਨ ਇਸ ਕਰਕੇ ਹੀ ਧਾਰਦੇ ਹੈ ਵੀ ਜੇ 12 ਸਾਲ ਬੋਲਣਾ ਨਹੀਂ। ਕਈਆਂ ਨੇ ਅਰਦਾਸ ਕਰ ਦਿੱਤੀ ਸਾਰੀ ਜ਼ਿੰਦਗੀ ਨਹੀਂ ਬੋਲਣਾ। ਅਤੇ ਤੀਸਰਾ ਹੈ ਕਿ ਵਰਤ ਧਾਰਨ ਕਰਦੇ, ਇਕਾਦਸ਼ੀ ਦਾ, ਦਵਾਦਸ਼ੀ ਦਾ, ਪੂਰਨਮਾਸ਼ੀ ਦਾ, ਕਈ ਤਰ੍ਹਾਂ ਦੇ ਵਰਤ ਨੇ। ਚੰਦਰਾਇਣ ਵਰਤ ਹੈ ਕਿ ਵਰਤ ਧਾਰਨ ਕਰਨ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਅਤੇ ਤੀਸਰਾ ਪ੍ਰਸ਼ਨ ਸੀ। ਚੌਥਾ ਪ੍ਰਸ਼ਨ ਜਿਹੜਾ ਹੈ ਅਤੇ ਉਹਦੇ 'ਚ ਉਹਨਾਂ ਕਿਹਾ ਵੀ ਸ਼ਾਸਤਰਾਂ ਦੀਆਂ ਜਿਹੜੀਆਂ ਸਿਆਣਪਾਂ, ਵੀ ਜੇ ਬਹੁਤ ਸਾਰਾ ਗਿਆਨ ਕਿਸੇ ਨੂੰ ਹੋਵੇ, ਸ਼ਾਸਤਰਾਂ ਦੀ ਸਿਆਣਪਾਂ ਪ੍ਰਾਪਤ ਹੋਣ, ਅਤੇ ਉਹ ਸਿਆਣਪ ਦੇ ਨਾਲ ਪਰਮਾਤਮਾ ਨੂੰ ਮਿਲ ਜਾਂਦਾ ਹੈ। ਇਹ 4 ਪ੍ਰਸ਼ਨ। ਹੁਣ ਜੇ ਪ੍ਰਸ਼ਨ ਯਾਦ ਰਹਿਣਗੇ ਤੁਹਾਡੇ ਤਾਂ ਗੁਰਬਾਣੀ ਦੇ ਅਰਥ ਜਿਹੜੇ ਨੇ ਐਨ ਜੜੇ ਜਾਣਗੇ ਸੁਰਤ ਵਿੱਚ। ਜੇ ਪ੍ਰਸ਼ਨ ਭੁੱਲ ਗਏ ਅਤੇ ਫਿਰ ਉੱਤਰ ਇਕੱਲਾ ਜਿਹੜਾ ਹੈ ਉਹ ਪ੍ਰਸ਼ਨ ਤੋਂ ਬਿਨਾਂ ਉਹਦਾ ਫਿਰ ਪੂਰੀ ਸਮਝ ਨਹੀਂ ਆਇਆ ਕਰਨੀ। ਹੁਣ ਪਹਿਲਾ ਪ੍ਰਸ਼ਨ ਹੈ, ਪਹਿਲੇ ਪ੍ਰਸ਼ਨ ਦਾ ਪਹਿਲਾ ਉੱਤਰ ਹੈ। ਉਹਨਾਂ ਦਾ ਮਤਲਬ ਹੈ ਸਰੀਰ ਦੀ ਸ਼ੁੱਧੀ, ਪਵਿੱਤਰਤਾ ਜਿਹੜੀ ਇਸ਼ਨਾਨ ਕਰਨ ਦੇ ਨਾਲ ਹੈ, ਵੀ ਇਹ ਵੀ ਇੱਕ ਪਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਹੈ। ਅਤੇ ਸਤਿਗੁਰੂ ਮਹਾਰਾਜ ਸਾਹਿਬ ਨੇ ਫਿਰ ਅੰਮ੍ਰਿਤ ਬਚਨ ਉਚਾਰਨ ਕਰਕੇ ਇਹਦਾ ਜਵਾਬ ਦਿੱਤਾ। ਕਹਿੰਦੇ ਹਨ ਜੀ, ਸੋਚੈ ਸੋਚ ਨ ਹੋਵੇ। ਅਤੇ ਮਹਾਰਾਜ ਸਾਹਿਬ ਜੀ ਕਹਿੰਦੇ, ਸਿੱਧੋ ਸੋਚੈ ਨਾਮ ਪਵਿੱਤਰਤਾ ਦਾ ਹੈ। ਤੁਸੀਂ ਪਵਿੱਤਰਤਾ ਸਰੀਰ ਨੂੰ ਪਾਣੀ ਨਾਲ ਧੋਣ ਦੇ ਨਾਲ ਮੰਨੀ ਹੈ ਵੀ ਇਹਦੇ ਨਾਲ ਪਰਮਾਤਮਾ ਪ੍ਰਾਪਤ ਹੁੰਦਾ ਹੈ, ਪਰ ਇਹ ਗੱਲ ਨਹੀਂ ਹੈ। ਤੁਹਾਡੀ ਇਹ ਗੱਲ ਗਲਤ ਹੈ। ਅਤੇ ਬਾਹਰ ਤੋਂ ਸਰੀਰ ਧੋਣ ਦੇ ਨਾਲ ਸੋਚ, ਪਹਿਲਾਂ ਸੋਚਿਆ ਫਿਰ ਸੋਚ ਆ ਗਿਆ। ਸੋਚ ਪਵਿੱਤਰਤਾ ਨਾ ਹੋਵੇ ਨਹੀਂ ਹੁੰਦੀ ਹੈ।
ਇਨਕਾਰ ਕਰ ਦਿੱਤਾ ਨਾ, ਨੰਨਾ ਇਨਕਾਰ ਦਾ ਵਾਚਕ, ਇਹ ਨਹੀਂ, ਇਹ ਤੁਹਾਡਾ ਪ੍ਰਸ਼ਨ ਗਲਤ ਹੈ। ਬਲਕਿ ਜੇਕਰ ਇੱਕ ਵਾਰੀ ਨਹੀਂ, 10 ਵਾਰੀ ਨਹੀਂ, ਤੁਸੀਂ ਸਰੀਰ ਨੂੰ ਲੱਖਾਂ ਵਾਰੀ ਧੋ ਲਓ ਭਾਵੇਂ। ਇਹ ਜਿਹੜਾ ਲੱਲਾ ਤੇ ਖੱਖਾ ਦੋਨੇ ਪੰਜਾਬੀ ਵਰਨ ਵਾਲਿਆਂ ਦੇ 2 ਅੱਖਰ ਨੇ, ਮਾਤਰਾ ਤੋਂ ਬਿਨਾਂ ਨੇ ਇਹ। ਹੁਣ ਜੇ ਸੰਥਿਆ ਨਹੀਂ ਹੋਈ ਤਾਂ ਇਹਨੂੰ ਲੱਖ ਵੀ ਪੜ੍ਹਿਆ ਜਾ ਸਕਦਾ ਹੈ। ਲੱਖ ਦਾ ਅਰਥ ਹੁੰਦਾ ਲਖਣਾ, ਜਾਣਨਾ। ਤੇ ਇੱਥੇ ਜਿਹੜਾ 100 1000 ਤੋਂ ਬਾਅਦ ਇੱਕ ਸ਼ਬਦ ਲੱਗਦਾ, ਉਹਨੂੰ ਕਹਿੰਦੇ ਲੱਖ। ਲੱਖ ਹੋ ਗਿਆ। ਹੁਣ ਇੱਥੇ ਲੱਖਾਂ ਵਾਰ, ਲੱਖ ਤੋਂ ਭਾਵ ਹੈ ਅਧਿਕ ਸਹਿਤ ਪਾਠ ਹੈ। ਜੇ ਸੋਚੀ ਲੱਖ ਵਾਰ, ਲੱਖਾਂ ਵਾਰ ਵੀ ਤੁਸੀਂ ਸਰੀਰ ਦੀ ਪਵਿੱਤਰਤਾ ਨਹਾਉਣ ਦੇ ਨਾਲ ਪ੍ਰਾਪਤ ਕਰ ਲਓ। ਤੇ ਇਹਦੇ ਨਾਲ ਸਰੀਰ ਪਵਿੱਤਰ ਨਹੀਂ ਹੁੰਦਾ, ਮਹਾਰਾਜ ਕਹਿੰਦੇ। ਸੋਚੇ ਸੋਚ ਨਾ ਹੋਵੀ, ਨਹੀਂ ਹੁੰਦੀ ਇਹਦੇ ਨਾਲ। ਜੇ ਸੋਚੀ ਲੱਖ ਵਾਰ, ਜੇ ਤੁਸੀਂ ਲੱਖਾਂ ਵਾਰ ਸਰੀਰ ਨੂੰ ਆਪਣੀ ਜਾਨ 'ਚ ਪਵਿੱਤਰ ਕਰ ਲਿਆ। ਮਹਾਰਾਜ ਕਹਿੰਦੇ ਹੁਣ ਮੈਂ ਤੁਹਾਡੇ 'ਤੇ ਸਵਾਲ ਕਰਦਾ ਵੀ ਇਸ਼ਨਾਨ ਕਰਨ ਦੇ ਨਾਲ ਸਰੀਰ ਦੀ ਪਵਿੱਤਰਤਾ ਤੁਸੀਂ ਮੰਨ ਲਈ ਹੈ, ਕੀ ਨਹਾਉਣ ਤੋਂ ਬਾਅਦ ਅੱਖਾਂ 'ਚ ਗਿੱਡਾਂ ਨਹੀਂ ਆਉਂਦੀਆਂ? ਕੀ ਇਸ਼ਨਾਨ ਕਰਨ ਤੋਂ ਬਾਅਦ ਨੱਕ ਦੇ ਵਿੱਚ ਨਜ਼ਲਾ ਨਹੀਂ ਡਿੱਗਦਾ? ਕੀ ਮੂੰਹ ਦੇ ਵਿੱਚ ਥੁੱਕ ਪੈਦਾ ਹੋਣ ਤੋਂ ਬੰਦ ਹੋ ਜਾਂਦਾ? ਕੰਨਾਂ 'ਚ ਮੈਲ ਨਹੀਂ ਆਉਂਦੀ? ਤੇ ਗਰਮੀ ਲੱਗਣ ਤੋਂ ਪਸੀਨਾ ਨਹੀਂ ਆਉਂਦਾ? ਕੀ ਉਪਸਥ ਇੰਦਰੀਆਂ ਦੇ ਵਿੱਚ ਮਲ ਮੂਤਰ ਨਹੀਂ ਨਿਕਲਦਾ? ਉਹ ਕੀ ਹੈ? ਨਵੇਂ ਸ਼ਦਰ ਸਰਵਹਿ ਅਪਵਿੱਤਰਾ, ਗੁਰਬਾਣੀ ਦਾ ਪ੍ਰਮਾਣ ਹੈ ਇਹਦੇ ਵਿੱਚ। ਤੇ 9 ਗੋਲਕਾਂ, ਜਿਹੜੀ 9 ਦਰਵਾਜ਼ੇ, 9 ਦੁਆਰੇ ਪ੍ਰਗਟ ਕੀਏ, ਇਹ ਦੇਹ ਦੇ ਵਿੱਚ ਪ੍ਰਗਟ ਨੇ ਦਰਵਾਜ਼ੇ। 10ਵਾਂ ਤਾਂ ਚਲੋ ਗੁਪਤ ਹੈ, ਪਰਦੇ ਵਿੱਚ ਹੈ। ਇਹ 9 ਗੋਲਕਾਂ ਖੁੱਲੀਆਂ ਨੇ, 9 ਦਰਵਾਜ਼ੇ ਖੁੱਲ੍ਹੇ। ਤੇ 9 ਦਾ ਵਿੱਚੋਂ ਜੋ ਵੀ ਅੰਦਰ ਤੋਂ ਮੈਲ ਨਿਕਲਦੀ ਹੈ ਉਹ ਸਰੀਰ ਨੂੰ ਅਪਵਿੱਤਰ ਕਰਦੀ। ਪ੍ਰਮਾਣ ਹੈ ਨਵੇਂ ਛਿਦਰ ਸਰਵਹਿ ਅਪਵਿੱਤਰਾ। ਛਿਦਰ ਸਰਾਖ ਦਾ ਨਾਂ ਹੁੰਦਾ ਹੈ। ਇਹ 9 ਸੁਰਾਖ 9 ਹੀ ਅਪਵਿੱਤਰ। ਜਲ ਧੋਵੇ ਵੈ ਦੇਹ ਅਨੀਤ ਸੁਧ ਕਹੋਂ ਕਾਚੀ ਪੀਤ। ਇਹ ਲੱਖਾਂ ਵਾਰ ਭਾਵੇਂ ਤੁਸੀਂ ਇਹ ਕਰ ਲਓ, ਇਹਦੇ ਨਾਲ ਇਹ ਸੋਚ ਪਵਿੱਤਰਤਾ ਜਿਹੜੀ ਹੈ ਇਹ ਨਹੀਂ ਪ੍ਰਾਪਤ ਹੁੰਦੀ। ਹੁਣ ਇਸੇ ਗੱਲ ਨੂੰ ਸੌਖੇ ਤਰੀਕੇ ਨਾਲ ਸਮਝੋ। ਇੱਕ ਜ਼ਿਮੀਂਦਾਰ ਸੀ, ਉਹ ਆਪਣੇ ਖੂਹ 'ਤੇ ਕੰਮ ਕਰਦਾ। ਇੱਕ ਬ੍ਰਾਹਮਣ ਆ ਗਿਆ, ਇਸ਼ਨਾਨ ਪਾਨ ਕਰਕੇ, ਤਿਲਕ ਲਾ ਕੇ, ਰੁਦਰਾਖ ਦੀ ਮਾਲਾ ਗਲ ਵਿੱਚ ਪਾਈ ਹੈ, ਪੂਰਾ ਧੋਤੀ ਟਿੱਕਾ ਸਭ ਜਨੇਊ ਪਹਿਨਿਆ ਹੋਇਆ। ਇਹ ਉਹ ਸਮਾਂ ਸੀ ਜਦੋਂ ਬ੍ਰਾਹਮਣ ਨਿਕਲਦਾ ਸੀ ਨਾ, ਸਾਰੇ 3 ਵਰਨਾਂ ਦੇ ਲੋਕ ਜੁੱਤੀ ਲਾ ਕੇ, ਹੱਥ ਜੋੜ ਕੇ, ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਜਾਣ ਤੋਂ ਨਮਸਕਾਰ ਕਰਦੇ ਹਾਂ, ਬ੍ਰਾਹਮਣਾਂ ਨੂੰ ਐਂ ਮੱਥਾ ਟੇਕਦੇ। ਉਹ ਜੱਟ ਨੇ ਦੇਖਿਆ ਵੀ ਅਚਾਨਕ ਮੇਰੇ ਖੂਹ 'ਤੇ ਬ੍ਰਾਹਮਣ ਆਇਆ, ਉਹਨੇ ਜੁੱਤੀ ਲਾਹੀ, ਦੋਨੇ ਨਮਸਕਾਰ ਕੀਤੀ। ਉਹ ਕੁਦਰਤੀ ਜ਼ਿਮੀਂਦਾਰ ਉਸ ਵੇਲੇ ਮੈਦਾਨ ਜਾ ਕੇ ਆਇਆ ਸੀ, ਮਲ ਤਿਆਗ ਕਰਮ ਕਰਕੇ ਆਇਆ ਸੀ, ਖੇਤਾਂ 'ਚ ਜਾਂਦੇ ਸੀ। ਇਹ ਬ੍ਰਾਹਮਣ ਨੇ ਦੇਖਿਆ, ਆ ਕੇ ਉਸ ਨੇ 2-3 ਵਾਰੀ ਹੱਥ ਮਾਂਜੇ ਰੇਤੇ ਦੇ ਨਾਲ ਤੇ ਪਾਣੀ ਦੇ ਨਾਲ ਧੋ ਲਏ। ਬ੍ਰਾਹਮਣ ਕਹਿੰਦਾ ਜੱਟ ਨੂੰ ਅਪਮਾਨਜਨਕ ਸ਼ਬਦ ਬੋਲ ਕੇ, ਕਹਿੰਦਾ ਜ਼ਿਮੀਂਦਾਰਾ ਬਾਕੀ ਤੁਸੀਂ ਜਿਹੜੇ ਜੱਟ ਹੁੰਦੇ ਹੋ ਨਾ, ਕਹਿੰਦਾ ਮੂਰਖ ਹੀ ਹੁੰਦੇ ਤੁਸੀਂ। ਉਹਨੇ ਇੰਨਾ ਸਤਿਕਾਰ ਕੀਤਾ। ਕਹਿੰਦੇ ਜੀ ਕੀ ਗੱਲ ਹੋ ਗਈ? ਬ੍ਰਾਹਮਣ ਦੇਵਤਾ ਤੁਸੀਂ ਨਾਰਾਜ਼ ਕੀ ਹੁੰਦੇ? ਕਹਿੰਦਾ ਤੈਨੂੰ ਸੁੱਚਾ ਰਹਿਣ ਦਾ ਅੱਜ ਤੱਕ ਕਿਸੇ ਨੇ ਦੱਸਿਆ ਨਹੀਂ ਵੀ ਸੁੱਚਾ ਕਿਵੇਂ ਰੱਖੀਦਾ ਸਰੀਰ ਨੂੰ। ਇਹ 2-3 ਵਾਰੀ ਹੱਥ ਮਾਂਜਣ ਦੇ ਨਾਲ ਸੁੱਚਾ ਹੋ ਗਿਆ ਤੂੰ? ਉਹ ਜ਼ਿਮੀਂਦਾਰ ਹੱਥ ਬੰਨ੍ਹ ਕੇ ਕਹਿੰਦਾ ਬ੍ਰਾਹਮਣ ਦੇਵਤਾ, ਜੇ ਮੇਰੇ ਵਿੱਚ ਤੈਨੂੰ ਇਹ ਗਲਤੀ ਲੱਗਦੀ ਹੈ, ਮੈਨੂੰ ਨਹੀਂ ਪਤਾ, ਫਿਰ ਮੈਨੂੰ ਤੂੰ ਸਮਝਾ ਦੇ ਵੀ ਮੈਂ ਕਿਵੇਂ ਸੁੱਚਾ ਹੋਈਦਾ। ਤੇ ਉਹ ਕਹਿੰਦਾ ਵੀ ਐਂ ਕਰ, ਪਿਛਲੇ ਸਾਲ ਦੀ ਮਿੱਟੀ ਕਿਤੇ ਸੂਰਾਂ ਦੇ ਹੁੱਡ ਨਾਲ ਪੁੱਟੀ ਹੋਵੇ, ਜਾਂ ਬੜੇ ਬੜੇ ਬਿੱਲ ਹੁੰਦੇ ਸੀ ਜਿਵੇਂ ਸਿਉਂਕ ਦਾ, ਜਾਂ ਫਿਰ ਚੂਹਿਆਂ ਦੇ ਬਿੱਲ ਕਮਾਦਾਂ 'ਚ, ਉਹ ਮਿੱਟੀ ਇਕੱਠੀ ਹੁੰਦੀ ਆ ਢੇਰ। ਕਹਿੰਦਾ 1.25 ਮਣ ਮਿੱਟੀ ਲੈ ਕੇ ਆ। ਉਹ ਜਗ੍ਹਾ ਆਇਆ, ਉਹ 1.25 ਮਣ ਮਿੱਟੀ ਲਾਇਆ। ਕਹਿੰਦਾ ਜੀ ਦੱਸੋ। ਬ੍ਰਾਹਮਣ ਨੇ ਸੋਚਿਆ ਵੀ ਐਡਾ ਆਗਿਆਕਾਰ, ਇਹਦੇ ਕੋਲੋਂ ਤਾਂ ਹੋਰ ਬਹੁਤ ਸਾਰਾ ਧਨ ਪਦਾਰਥ ਲੁੱਟਿਆ ਜਾ ਸਕਦਾ ਹੈ। ਬ੍ਰਾਹਮਣ ਇਸ ਪ੍ਰਕਾਰ ਲੁੱਟਦੇ ਸੀ ਲੋਕਾਂ ਨੂੰ। ਨਿਰਾਪਰਾਧ ਚਿਤ ਵੈ ਬਰਿਆਈ, ਐਸੇ ਬ੍ਰਾਹਮਣ ਡੂਬੇ ਭਾਈ ਨਿਰਾਪਰਾਧ। ਕਹਿੰਦਾ ਜੀ ਦੱਸੋ। ਕਹਿੰਦਾ ਵੀ ਹੁਣ ਐਂ ਕਰ, ਕੱਪੜੇ ਲਾ ਦੇ, ਵੀ ਪਾਣੀ ਲਾ ਕੇ ਇਹਨੂੰ ਮਿੱਟੀ ਦੇ ਨਾਲ ਨਾ 1.25 ਵਾਰ ਮਿੱਟੀ ਸਾਰੇ ਪਿੰਡੇ ਦੇ ਉੱਤੇ ਮਲ ਮਲ ਕੇ, ਮੈਂ ਤੁਸੀਂ ਚੰਗੀ ਤਰ੍ਹਾਂ ਸਾਫ਼ ਕਰ ਲੈ। ਫਿਰ
ਉਹ ਤੋਂ ਬਾਅਦ ਨਾਲ ਹੈ। ਉਹ ਵਿਚਾਰਾ ਉਸੇ ਤਰ੍ਹਾਂ ਕਰ ਪਿਆ, ਅੰਦਰੋਂ ਬੜਾ ਸਿਆਣਾ ਸੀ ਜ਼ਿਮੀਂਦਾਰ, ਉੱਪਰ ਤੇ ਕਰੀ ਗਿਆ ਭੋਲਾ ਬਣ ਕੇ। ਇਸ਼ਨਾਨ ਕਰ ਲਿਆ, ਕਹਿੰਦੇ ਹੁਣ ਪਾ ਲੈ ਕੱਪੜੇ ਪਾ ਲਏ, ਤੇ ਕੱਪੜੇ ਪਾ ਕੇ ਫਿਰ ਕਹਿੰਦਾ ਵੀ ਇੱਕ ਕੰਮ ਰਹਿ ਗਿਆ, ਵੀ 100 ਕੁਰਲੀਆਂ ਕਰ, ਮੂੰਹ ਵੀ ਝੂਠਾ ਹੈ ਜੀ ਤੇਰਾ। ਉਹ ਵਿਚਾਰਾ ਗਿਣ ਕੇ 100 ਕੁਰਲੀਆਂ ਵੀ ਕਰ ਲਈਆਂ ਉਹਨੇ, ਕੱਪੜੇ ਪਾ ਲਏ। ਕਹਿੰਦਾ ਬ੍ਰਾਹਮਣ ਦੇਵਤਾ ਵੀ ਹੁਣ ਮੈਂ ਪਵਿੱਤਰ ਹੋ ਗਿਆ। ਕਹਿੰਦੇ ਹੁਣ ਤੂੰ ਬਿਲਕੁਲ ਪਵਿੱਤਰ ਹੈ। ਕਹਿੰਦਾ ਜੀ ਦੇਖ ਲਓ ਵੀ ਮੁੜ ਕੇ ਫੇਰ ਮੇਰੇ ਤੇ ਤੁਸੀਂ ਐਵੇਂ ਗੁੱਸਾ ਫੇਰ ਕਰੋ, ਗੁੱਸੇ ਵਾਲਾ ਸੁਭਾਅ ਹੈ ਤੁਹਾਡਾ। ਕਹਿੰਦਾ ਨਹੀਂ ਹੁਣ ਤੂੰ ਪੂਰਾ ਪਵਿੱਤਰ ਹੈ। ਜੱਟ ਨੇ ਬੜੀ ਸਾਰੀ ਕੁਰਲੀ ਭਰ ਲਈ ਮੂੰਹ ਦੇ ਵਿੱਚ, ਪੂਰੀ ਐਨ ਪੂਰਾ ਪ੍ਰੈਸ਼ਰ ਦੇ ਨਾਲ ਉਹਦੇ ਮੂੰਹ ਦੇ ਉੱਤੇ ਮਾਰਿਆ ਪ੍ਰੈਸ਼ਰ ਸਾਰਾ। ਬਸ ਇੰਨੀ ਗੱਲ ਦੇ ਇੰਨਾ ਕ੍ਰੋਧਿਤ ਹੋ ਗਿਆ, ਕਹਿੰਦਾ ਓਏ ਮੂਰਖਾ, ਮੈਂ ਚੱਲਿਆ ਸੀ ਮੰਦਿਰ ਦੇ ਵਿੱਚ, ਤੂੰ ਮੈਨੂੰ ਅਪਵਿੱਤਰ ਕਰ ਦਿੱਤਾ। ਹੱਸ ਕੇ ਜ਼ਿਮੀਂਦਾਰ ਕਹਿੰਦਾ ਬ੍ਰਾਹਮਣ ਦੇਵਤਾ, ਜਾਂ ਤਾਂ ਤੇਰਾ ਤਰੀਕਾ ਸੁੱਚਾ ਹੋਣ ਦਾ ਗਲਤ ਹੈ, ਤਰੀਕਾ ਠੀਕ ਹੈ, ਤਾਂ ਫਿਰ ਜਿਹੜਾ ਕੁਝ ਹੁਣ ਤੂੰ ਕਹਿ ਰਿਹਾ ਇਹ ਗਲਤ ਹੈ। ਤੈਂ ਸੁੱਚਾ ਹੋਣ ਦਾ ਪ੍ਰਮਾਣ ਮੈਨੂੰ ਦਿੱਤਾ ਵੀ ਤੂੰ ਬਿਲਕੁਲ ਸੁੱਚਾ ਹੈ, ਤਾਂ ਫਿਰ ਮੇਰਾ ਮੂੰਹ ਝੂਠਾ ਕੀ ਹੋਇਆ? 100 ਕੁਰਲੀਆਂ ਤਾਂ ਮੂੰਹ ਚੋਂ ਕੱਢੀਆਂ ਨੇ ਮੈਂ। ਉਹ ਲੱਗਿਆ ਬੁੜਬੁੜ ਕਰਨ। ਉਹ ਜ਼ਿਮੀਂਦਾਰ ਕਹਿੰਦਾ ਗੱਲ ਸੁਣ ਲਾ ਬਾਹਮਣਾ, ਖਬਰਦਾਰ ਹੋਈ ਜੇ ਅੱਜ ਤੇ ਮੇਰੇ ਖੂਹ 'ਤੇ ਚੜਿਆ ਇਹੋ ਜਿਹਾ ਪਖੰਡ ਆਪਣੇ ਘਰ ਰੱਖੀ। ਕਹਿੰਦਾ ਇਸ ਕਰਕੇ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਇਹਦਾ ਮਤਲਬ ਇਹ ਨਹੀਂ ਹੈ ਵੀ ਹੱਥ ਮਾਂਜਣੇ ਨਹੀਂ ਚਾਹੀਦੇ, ਇਹਦਾ ਮਤਲਬ ਇਹ ਨਹੀਂ ਵੀ ਨਹਾਉਣਾ ਨਹੀਂ ਚਾਹੀਦਾ, ਪਰ ਜਿਹੜੀ ਪਖੰਡ ਸਹਿਤ ਕਿਰਿਆ ਇਹਦਾ ਮਹਾਰਾਜ ਖੰਡਨ ਕਰਦੇ ਆ। ਲੱਖਾਂ ਵਾਰ ਭਾਵੇਂ ਤੁਸੀਂ ਉਹ, ਫਿਰ ਵੀ ਸਰੀਰ ਅਪਵਿੱਤਰ ਰਹਿੰਦਾ। 9 ਗੋਲਕਾਂ ਦੇ ਵਿੱਚੋਂ ਉਹਦੇ ਚੋਂ ਜੋ ਪਦਾਰਥ ਨਿਕਲਦਾ ਹੈ ਮੈਲ ਰੂਪ, ਉਹ ਅਪਵਿੱਤਰ ਹੈ ਜੀ। ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ। ਮਹਾਰਾਜ ਸਾਹਿਬ ਜੀ ਨੂੰ ਫਿਰ ਦੂਸਰਾ ਜਿਹੜਾ ਪ੍ਰਸ਼ਨ ਸੀ ਇਹਦਾ ਤਾਂ ਖੰਡਨ ਕਰਤਾ ਨਾ ਵੀ ਪਵਿੱਤਰਤਾ ਜਿਹੜੀ ਤੁਸੀਂ ਸਰੀਰ ਦੀ ਕਹਿੰਦੇ ਉਹਦੇ ਨਾਲ ਵਾਹਿਗੁਰੂ ਨਹੀਂ ਮਿਲਦਾ। ਦੂਸਰੀ ਗੱਲ ਹੈ ਵੀ ਮੌਨ ਧਾਰਨ ਕਰਨ ਦੇ ਨਾਲ ਬਹੁਤ ਸਾਰੇ ਮੌਨੀ ਮੌਨ ਧਾਰ ਕੇ ਰੱਖਦੇ ਹੈ। ਮਹਾਰਾਜ ਕਹਿੰਦੇ ਮੂੰਹ ਨੂੰ ਚੁੱਪ ਕਰਾ ਲੈਣਾ, ਜੀਭ ਨੂੰ ਬੰਦ ਕਰ ਲੈਣਾ ਬੋਲਣ ਤੋਂ, ਚੁੱਪ ਨਾ ਹੋਵੇ ਨਹੀਂ ਹੋ ਸਕੀਦਾ। ਭਾਵੇਂ ਚੁੱਪ ਰਹਿਣ ਦੀ ਜਿਹੜੀ ਬਿਰਤੀ ਹੈ, ਚੁੱਪ ਰਹਿਣ ਦਾ ਸੁਭਾਅ, ਜਿਹੜੀ ਚੁੱਪ ਰੂਪ ਇੱਕਸਾਰ ਲਿਵਤਾਰ। ਲਿਵਤਾਰ ਦਾ ਮਤਲਬ ਹੈ ਜਿਵੇਂ ਤੇਲ ਧਾਰਾ, ਤੇਲ ਦੀ ਧਾਰਾ ਟੁੱਟਦੀ ਨਹੀਂ ਹੁੰਦੀ, ਪਾਣੀ ਦੀ ਟੁੱਟ ਜਾਂਦੀ ਹੈ। ਜਿਵੇਂ ਇੱਕ ਰਸ ਹੈ, ਇੱਕ ਰਸ ਤੋਂ ਮਤਲਬ ਜਿਹੜੀ ਚੁੱਪ ਇੱਕ ਰਸ ਰੱਖਣੀ ਤੇਲ ਧਾਰਾ ਵਾਂਗੂ, ਜਿਹੜੀ ਬੋਲਣਾ ਹੀ ਨਹੀਂ ਕਿਸੇ ਨਾਲ। ਤੇ ਬਹੁਤ ਸਾਰੇ ਮੋਨੀ ਦੇਖੇ ਗਏ ਹੈ। ਕਹਿੰਦੇ ਜੇ ਇਸ ਤਰ੍ਹਾਂ ਵੀ ਕੋਈ ਕਰ ਲਵੇ, ਜੇ ਲਾਏ ਰਹਾ ਲਿਵਤਾਰ, ਤੇ ਫਿਰ ਵੀ ਇੱਕ ਰਸ ਚੁੱਪ ਹੋਣ ਦੇ ਨਾਲ ਕਹਿੰਦੇ ਮਨ ਤਾਂ ਨਹੀਂ ਚੁੱਪ ਹੋਇਆ, ਮਨ ਤਾਂ ਬੋਲਦਾ ਹੀ ਰਹੂਗਾ। ਚਲੋ ਉਹ ਵੀ ਛੱਡ ਦਿਓ, ਉਹ ਦੂਜੇ ਅਰਥ ਜਾਊਗਾ। ਕਹਿੰਦੇ ਬਹੁਤ ਸਾਰੇ ਮੋਨੀ ਹਟ ਕਰਕੇ ਤਾਂ ਚੁੱਪ ਰਹਿੰਦੇ ਨੇ, ਪਰ ਹੁੰਦਾ ਕੀ ਹੈ, ਤੇ ਰਾਤ ਨੂੰ ਸੁੱਤੇ ਪਏ ਬਰੜਾਉਂਦੇ ਦੇਖੇ ਗਏ ਨੇ, ਫਿਰ ਕਿੱਥੇ ਗਿਆ ਮੌਨ। ਤੇ ਇਸ ਕਰਕੇ ਨਾ ਜਿਹੜਾ ਮਹਾਰਾਜ ਕਹਿੰਦੇ ਕਿ ਕਿਰਿਆ ਵੀ ਚੁੱਪ ਰਹਿਣ ਦੇ ਨਾਲ ਜੇ ਲਗਾਤਾਰ ਤੁਸੀਂ ਫਿਰ ਵੀ ਕਿਤੇ ਨਾ ਕਿਤੇ ਬੋਲ ਹੋ ਜਾਂਦਾ ਹੈ, ਚੁੱਪ ਟੁੱਟ ਜਾਂਦੀ ਹੈ, ਇਹ ਪਖੰਡ ਰੂਪ ਹੈ। ਇਸ ਕਰਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਇਹਦਾ ਖੰਡਨ ਕਰ ਦਿੱਤਾ ਵੀ ਮੌਨ ਧਾਰਨ ਕਰਨ ਦੇ ਨਾਲ ਇਹ ਵੀ ਲੋਕਾਂ ਦੇ ਪ੍ਰਭਾਵ ਪਾਉਣ ਵਾਲੀ ਕਿਰਿਆ। ਤੇ ਮੌਨ ਧਾਰਨ ਕਰਨ ਦੇ ਨਾਲ ਫਿਰ ਵੀ ਤਾਂ ਬੋਲੇ ਹੋ ਜਾਂਦਾ ਕਿਤੇ ਨਾ ਕਿਤੇ। ਪਹਿਲਾਂ ਇਹ ਸਰਲ ਜਗਤ ਹੈ, ਦੂਜੇ ਅਰਥ ਵਿੱਚ ਆਊਗਾ ਅੰਤਰੀ ਭਾਵ ਜਿਹੜਾ। ਇੱਕ ਇਤਿਹਾਸਕ ਤੱਥ ਹੈ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਨੰਦਪੁਰ ਸਾਹਿਬ ਬਿਰਾਜਮਾਨ ਸਨ। ਦਰਬਾਰ ਹਜ਼ੂਰ ਦਾ ਲੱਗਿਆ ਹੋਇਆ, ਤਖਤ 'ਤੇ ਬਿਰਾਜਮਾਨ, ਤੇ ਸੰਗਤਾਂ ਆਉਂਦੀਆਂ ਨੇ, ਮੱਥੇ ਟੇਕ ਰਹੀਆਂ ਨੇ। ਇੱਕ ਆਨੰਦਪੁਰ ਸਾਹਿਬ ਮੋਨੀ ਆ ਗਿਆ ਪਖੰਡ ਕਰਨ ਵਾਲਾ, ਤੇ ਬੜਾ ਸੰਤੋਖ ਦਿਖਾਇਆ ਕਰੇ, ਸਿੱਖਾਂ ਦੇ ਉੱਤੇ ਪ੍ਰਭਾਵ ਪਾ ਲਿਆ ਜੀ ਉਹਨੇ। ਤੇ ਮਹਾਰਾਜ ਸਾਹਿਬ ਨੂੰ ਜਾ ਕੇ ਸੀ ਕਹਿੰਦੇ ਮਹਾਰਾਜ ਇੱਕ ਸੰਤ ਮੋਨੀ ਜੀ ਆਏ ਹੈ, ਬੜਾ ਸੰਤੋਖੀ ਹੈ, ਬੋਲਦਾ ਹੀ ਨਹੀਂ ਕਿਸੇ ਨਾਲ, ਉਹ ਤਾਂ ਲਿਖ ਕੇ ਵੀ ਨਹੀਂ ਗੱਲ ਕਰਦਾ। ਮਹਾਰਾਜ ਜੀ ਹੱਸ ਪਏ, ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਹੱਸ ਪਏ ਹੋ? ਕਹਿੰਦੇ ਪਖੰਡੀ ਹੈ, ਪਾਜ ਉਗੜ ਜੂਗਾ। ਕਹਿੰਦੇ ਗੁਰੂ ਨਾਨਕ ਦਾ ਘਰ ਹੈ, ਉਹਨੂੰ ਪਖੰਡ ਕਰਨ ਵਾਸਤੇ ਹੋਰ ਜਗ੍ਹਾ ਥੋੜ੍ਹੀ ਸੀ, ਇੱਥੇ ਨਹੀਂ ਸੀ ਆਉਣਾ ਚਾਹੀਦਾ। ਸਰ ਜੇ ਆਏ ਗਿਆ ਕੋਈ ਨਹੀਂ, ਇਹਦਾ ਸੁਧਾਰ ਹੋ ਜੂ। ਇਹਨੇ ਨੂੰ ਮੋਨੀ ਜੀ ਮਹਾਰਾਜ ਆ ਗਏ। ਮਹਾਰਾਜ ਸਾਹਿਬ ਕਹਿੰਦੇ ਆਓ ਜੀ ਮੋਨੀ ਜੀ, ਲਿਆਓ ਭਾਈ ਆਸਨ ਬਿਠਾਓ ਮੋਨੀ ਜੀ ਨੂੰ, ਨਾ ਇੱਥੇ ਮੇਰੇ ਕੋਲ ਬਿਠਾ ਦਿਓ। ਮੋਨੀ ਤਾਂ ਫੁੱਲਿਆ ਨਾ ਸਮਾਵੇ, ਮਹਾਰਾਜ ਨੇ ਮੇਰੀ ਵਡਿਆਈ ਕਰਤੀ। ਤੇ ਮਹਾਰਾਜ ਸਾਹਿਬ ਜੀ
ਇੱਕ ਸਿੱਖ ਨੂੰ ਕੋਲ ਬੁਲਾਇਆ, ਕਹਿੰਦੇ ਸਿੱਖਾਂ ਉਰੇ ਆ। ਹਾਂ ਮਹਾਰਾਜ। ਕਹਿੰਦੇ ਤੈਨੂੰ ਕਿ ਸੇਵਾ ਬਖਸ਼ਣ ਲੱਗੇ ਆ। ਮਹਾਰਾਜ ਹੁਕਮ ਕਰੋ। ਸਿੱਖ ਤਾਬਿਆਦਾਰ ਰਹਿੰਦੇ, ਕਹੇ ਸੀਸ ਮੰਗ ਲਿਆ ਮਹਾਰਾਜ ਨੇ, ਸਿਰ ਦੇਣ ਲਈ ਤਿਆਰ, ਇੱਕ ਨਹੀਂ 5 ਆ ਗਏ। ਮਹਾਰਾਜ ਹੁਕਮ ਕਰੋ। ਕਹਿੰਦੇ ਆਹ ਜਿਹੜਾ ਮੋਨੀ ਸੰਤ ਹੈ ਨਾ, ਵੀ ਇਹਦੀ ਸੇਵਾ ਕਰਨੀ ਹੈ। ਕਹਿੰਦਾ ਜੀ ਹੁਕਮ ਕਰੋ। ਕਹਿੰਦੇ ਤੂੰ ਗ੍ਰਸਤੀ ਹੈ, ਗ੍ਰਸਤੀ ਦਾ ਧਰਮ ਹੁੰਦਾ ਹੈ ਸਾਧੂਆਂ ਨੂੰ ਪ੍ਰਸ਼ਾਦਾ ਛਕਾਵੇ, ਇਸ ਕਰਕੇ ਪ੍ਰਸ਼ਾਦਾ ਛਕਾ, ਵਧੀਆ ਪ੍ਰਸ਼ਾਦਾ ਬਣਾ ਕੇ ਛਕਾਈ। ਮੋਨੀ ਦੇ ਤਾਂ ਚਿਹਰੇ ਦੇ ਉੱਤੇ ਲਾਲੀ ਆ ਗਈ ਵੀ ਬਹੁਤ ਵਧੀਆ ਗੱਲ ਹੋ ਗਈ। ਮਹਾਰਾਜ ਕਹਿੰਦੇ ਇਹ ਸਿੱਖਾ ਇੱਕ ਹੋਰ ਗੱਲ ਹੈ। ਕਹਿੰਦੇ ਮਹਾਰਾਜ ਦੱਸੋ। ਕਹਿੰਦੇ ਪ੍ਰਸ਼ਾਦਾ ਤਾਂ ਵਧੀਆ ਛਕਾਉਣਾ, ਕੁਛ ਵਸਤਰ ਵੀ ਦੇਂ। ਕਹਿੰਦਾ ਮਹਾਰਾਜ ਦੇ ਆਉਂਗਾ। ਕਹਿੰਦੇ ਘੱਟੋ ਘੱਟ 25 ਦਮੜੇ ਇਹਨੂੰ ਮੱਥਾ ਟੇਕੀ, ਚਾਂਦੀ ਦੇ ਰੁਪਏ ਹੁੰਦੇ ਸੀ ਉਦੋਂ ਤਾਂ, 2 ਆਨੇ 3 ਆਨੇ, ਇਹਨਾਂ ਦੀ ਕੀਮਤ ਬੜੀ ਹੁੰਦੀ ਸੀ। 25 ਚਾਂਦੀ ਦੇ ਰੁਪਈਏ। ਮੋਨੀ ਤਾਂ ਅੰਦਰੋਂ ਐਨ ਤ੍ਰਿਪਤ ਹੋ ਗਿਆ, ਕਹਿੰਦਾ ਵੀ ਇਹ ਗੱਲ ਬਣ ਗਈ ਬਹੁਤ ਵਧੀਆ। ਅਤੇ ਲੋਕ ਕਹੀ ਜਾਂਦੇ ਹੈ ਵੀ ਗੁਰੂ ਅੰਤਰਜਾਮੀ ਹੈ ਅਤੇ ਇਹ ਪਖੰਡੀਆਂ ਨੂੰ ਇਸ ਤਰ੍ਹਾਂ, ਤਾਂ ਮੇਰੇ ਤਾਂ ਜਾਦੂ ਚੱਲ ਗਿਆ। ਮੋਨੀ ਨੇ ਕਿਹਾ, ਕਹਿੰਦੇ ਵੀ ਕੱਲ੍ਹ ਨੂੰ ਪ੍ਰਸ਼ਾਦਾ ਛਕਾ ਦੀ। ਕਹਿੰਦੇ ਚਲੋ ਜੀ, ਸਭਾ ਬਰਖਾਸਤ ਹੋ ਗਈ। ਮਹਾਰਾਜ ਜੀ ਮੇਵੜੇ ਨੂੰ ਕਹਿੰਦੇ ਉਹਨੂੰ ਸਿੱਖ ਨੂੰ ਬੁਲਾ ਕੇ ਲਿਆ, ਜਿਹਨੂੰ ਮੈਂ ਜ਼ਿੰਮੇਵਾਰੀ ਸੌਂਪੀ। ਬੁਲਾ ਲਿਆ, ਕੋਲ ਬੁਲਾ ਕੇ ਪਰਦੇ ਨਾਲ ਕਹਿੰਦੇ ਗੱਲ ਸੁਣ ਲੈ ਇੱਕ ਧਿਆਨ ਨਾਲ, ਕੋਈ ਪ੍ਰਸ਼ਾਦਾ ਵਧੀਆ ਬਣਾਉਣ ਦੀ ਲੋੜ ਨਹੀਂ, ਸਰਦਾ ਵਰਦਾ ਜਿਹਾ ਬਣਾਈ। ਕਹਿੰਦਾ ਜੀ ਸਾਧੂ ਬਚਨ, ਜੋ ਗੁਰੂ ਦਾ ਹੁਕਮ ਸੀ ਮੰਨ। ਕਹਿੰਦੇ ਇਹੋ ਜਿਹੇ ਪਖੰਡੀਆਂ ਨੂੰ ਵਸਤਰ ਵੀ ਨਹੀਂ ਦੇਈ ਵੀ ਹੁੰਦੇ ਅਤੇ ਮਾਇਆ ਵੀ ਨਹੀਂ ਦੇਈ ਦੀ, ਕੁਛ ਨਹੀਂ ਦੇਣਾ। ਕਹਿੰਦਾ ਸਤ ਬਚਨ ਮਹਾਰਾਜ। ਕਹਿੰਦੇ ਫੰਡਰ ਗਾਂ ਨੂੰ, ਫੰਡਰ ਮੱਝ ਨੂੰ, ਉਹਨੂੰ ਬੜੇਵੇਂ ਪਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ, ਦੁੱਧ ਤਾਂ ਦਿੰਦੀ ਨਹੀਂ ਉਹ। ਇਹੋ ਜਿਹੇ ਪਖੰਡੀਆਂ ਦੀ ਸੇਵਾ ਕਰਨ ਤੋਂ ਕੋਈ ਪੁੰਨਾਂ 'ਚ ਵਾਧਾ ਨਹੀਂ ਹੁੰਦਾ। ਇਸ ਕਰਕੇ ਇਹ ਤਾਂ ਇੱਕ ਖੇਡ ਹੈ ਸਾਡੀ। ਕਹਿੰਦਾ ਮਹਾਰਾਜ ਮੈਂ ਸਮਝ ਗਿਆ। ਮੋਨੀ ਜੀ ਨੂੰ ਆਸਣ ਵਿਛਾਇਆ, ਆਪਣੀ ਸਿੱਖਣੀ ਨੂੰ ਕਹਿ ਦਿੱਤਾ ਵੀ ਇਸ ਤਰ੍ਹਾਂ ਦਾ ਰੁੱਖਾ ਮਿੱਸਾ ਬਣੇ, ਮਿੱਸੀਆਂ ਰੋਟੀਆਂ, ਗੰਢਾ ਲਿਆ ਕੇ ਮੋਨੀ ਜੀ ਦੇ ਥਾਲ 'ਚ ਰੱਖ ਦਿੱਤਾ। ਮੋਨੀ ਕਦੇ ਗੰਢੇ ਕਨੀ ਦੇਖੀ ਜਾਵੇ, ਕਦੇ ਰੋਟੀ ਕਨੀ ਦੇਖੀ ਜਾਵੇ ਵੀ ਮਹਾਰਾਜ ਨੇ ਕੀ ਕਿਹਾ ਸੀ, ਸਿੱਖ ਕੀ ਕਰ ਰਿਹਾ। ਇਹ ਕਹਿੰਦਾ ਜੀ ਛਕੋ ਮੋਨੀ ਜੀ, ਮੈਂ ਗਰੀਬ ਹਾਂ, ਮੇਰੇ ਕੋਲ ਤਾਂ ਇਹੀ ਪਦਾਰਥ ਹੈ। ਛਕਣ ਲੱਗ ਗਿਆ, ਅੰਦਰੋਂ ਕ੍ਰੋਧ ਬਹੁਤ ਹੋਇਆ ਹੋਇਆ। ਉਹ ਕਹਿੰਦਾ ਮੋਨੀ ਜੀ ਜੇ ਗੰਢੇ ਨਾਲ ਨਹੀਂ ਖਾਉਂਦੀ ਮੈਂ 4 ਲੈ ਆਉਣਾ। ਉਹ ਅੰਦਰ 4 ਲੈਣ ਗਿਆ, ਇੰਨਾ ਗੁੱਸੇ ਦਾ ਤੂਫਾਨ ਉੱਠਿਆ, ਰੋਟੀਆਂ ਭਗਾ ਕੇ ਕੁੱਤੇ ਦੇ ਮੂਹਰੇ ਮਾਰੀਆਂ ਅਤੇ ਉੱਥੋਂ ਉੱਠ ਖੜਿਆ। ਅਲੰਬਾ ਦੇਣ ਲਈ ਮਹਾਰਾਜ ਦੇ ਦਰਬਾਰ ਵਿੱਚ ਆ ਗਿਆ, ਪਰ ਮੋਨੀ ਹੋਣ ਕਰਕੇ ਵੀ ਲੋਕਾਂ 'ਚ ਪ੍ਰਭਾਵ ਸੀ ਵੀ ਮੋਨੀ ਜੀ ਇਹ ਬੋਲ ਨਹੀਂ ਸੀ ਸਕਦਾ, ਅਤੇ ਪਿੱਛੇ ਹੀ ਸਿੱਖ ਆ ਗਿਆ ਥੋੜ੍ਹੇ ਚਿਰ ਬਾਅਦ। ਇਹ ਸਿੱਖ ਦੇ ਆਏ ਅਤੇ ਪੁੱਛਦੇ ਨੇ ਮਹਾਰਾਜ ਸਿੱਖਾ ਸੰਤਾਂ ਦੀ ਸੇਵਾ ਕਰੀ? ਕਹਿੰਦਾ ਹਾਂ ਮਹਾਰਾਜ। ਕਿਵੇਂ ਕਰੀ? ਜਿਵੇਂ ਮਹਾਰਾਜ ਤੁਸੀਂ ਹੁਕਮ ਕੀਤਾ ਸੀ ਉਸੇ ਤਰ੍ਹਾਂ। ਉਹ ਤਾਂ ਹੁਕਮ ਕਹਿੰਦਾ ਜਿਹੜਾ ਪੜਦੇ ਕਰਿਆ ਮਹਾਰਾਜ ਨੇ ਬਾਅਦ ਦੇ ਵਿੱਚ। ਮੋਨੀ ਨੇ ਜਦ ਸੁਣਿਆ ਬਸ ਬੇਵੱਸ ਹੋ ਕੇ ਅੰਦਰ ਹਨੇਰੀ ਉੱਠੀ ਵੀ ਸ਼ਬਦਾਂ ਦੀ, ਜੀਭ ਰੋਕੀ ਜਾਂਦੀ ਸੀ ਉਹਨੂੰ। ਹੁਣ ਜੇ ਬਹੁਤੀ ਹਨੇਰੀ ਚੱਲੇ, ਖਿੜਕੀਆਂ ਕਿੰਨੀਆਂ ਕੁ ਬੰਦ ਕਰੋਗੇ, ਅਖੀਰ ਨੂੰ ਖਿੜਕੀਆਂ ਟੁੱਟ ਜਾਂਦੀਆਂ ਨੇ ਕਈ ਵਾਰੀ। ਹਨੇਰੀ ਇੰਨੀ ਉੱਠੀ ਤੂਫਾਨ ਦੀ। ਕਹਿੰਦਾ ਮਹਾਰਾਜ ਝੂਠ ਬੋਲਦਾ ਤੁਹਾਡਾ ਸਿੱਖ, ਇਹਨੂੰ ਸਜ਼ਾ ਦਿਓ। ਮਿੱਸੀਆਂ ਰੋਟੀਆਂ ਗੰਢੇ ਨਾਲ ਦਿੱਤੀਆਂ, 25 ਰੁਪਏ ਤਾਂ ਕੀ 25 ਪੈਸੇ ਮੱਥਾ ਨਹੀਂ ਟੇਕਿਆ। ਇੱਕੋ ਸਾਹ 'ਚ ਪਤਾ ਨਹੀਂ ਕਿੰਨੀਆਂ ਗੱਲਾਂ ਕਹਿ ਗਿਆ ਉਹ। ਮਹਾਰਾਜ ਕਹਿੰਦੇ ਬਸ ਬਸ ਚੁੱਪ ਕਰ ਜਾ। ਸਾਰੀ ਸੰਗਤ ਹੱਸਣ ਲੱਗ ਗਈ। ਕਹਿੰਦੇ ਗੱਲ ਸੁਣ ਲਓ ਸੰਤਾ, ਮੇਰੇ ਸਿੱਖ ਸ਼ਰਧਾਵਾਨ ਸੰਤ ਸੇਵੀ ਨੂੰ, ਪਰ ਤੇਰੇ ਵਰਗੇ ਪਖੰਡੀਆਂ ਦਾ ਪਖੰਡ ਜ਼ਾਹਰ ਕਰਨ ਵਾਸਤੇ ਮੈਂ ਹੀ ਸਿੱਖ ਨੂੰ ਕਿਹਾ ਸੀ। ਹੁਣ ਤੁਸੀਂ ਦੱਸੋ ਵੀ ਉਹ ਮੂੰਹ ਧਾਰਿਆ ਸੀ, ਚੁੱਪ ਹੈ, ਚੁੱਪ ਨਾ ਹੋ ਵੀ ਫਿਰ ਚੁੱਪ ਹੋ ਤਾਂ ਨਹੀਂ ਗਿਆ, ਬੋਲਣਾ ਹੀ ਪਿਆ ਉਹਨੂੰ, ਬੋਲ ਪਿਆ। ਇਸ ਕਰਕੇ ਇਹੋ ਜਿਹਾ ਮੌਨ ਧਾਰਨ ਦੇ ਨਾਲ ਪਰਮਾਤਮਾ ਨਹੀਂ ਮਿਲਦਾ। ਮਹਾਰਾਜ ਸਾਹਿਬ ਨੇ ਕਿਹਾ ਵੀ ਸੋਚੈ ਸੋਚ ਨਾ ਹੋਵੀ, ਜੇ ਸੋਚੀ ਲੱਖ ਵਾਰ। ਚੁੱਪ ਹੈ, ਚੁੱਪ ਨਾ ਹੋਵੀ। ਚੁੱਪ ਕਰਨ ਦੇ ਨਾਲ ਚੁੱਪ ਨਹੀਂ ਹੁੰਦਾ, ਕਿਤੇ ਨਾ ਕਿਤੇ ਬੋਲਿਆ ਜਾਂਦਾ ਹੈ, ਰਾਤਾਂ ਨੂੰ ਬਰੜਾਉਣਾ ਜਾਂ ਫਿਰ ਇਸ ਤਰ੍ਹਾਂ ਬੋਲੇ। ਤੋ ਇਸ ਤੋਂ ਬਾਅਦ ਫਿਰ ਮਹਾਰਾਜ ਸਾਹਿਬ ਜੀ ਨੇ ਇਹ ਜਦੋਂ 2 ਗੱਲਾਂ ਸਾਬਤ ਕਰ ਦਿੱਤੀਆਂ ਸਿੱਧਾਂ ਨੂੰ, ਵੀ ਤੀਸਰੀ ਗੱਲ ਸੀ ਵੀ ਵਰਤ ਧਾਰਨ ਕਰਨ ਦੇ ਨਾਲ ਮਿਲਦਾ। ਉਹਦੇ ਵਾਸਤੇ ਮਹਾਰਾਜ ਹੁਣ ਕਹਿੰਦੇ ਹਨ, ਭੁੱਖਿਆ ਭੁੱਖ ਨ ਉਤਰੀ, ਜੇ ਬੰਦਾ ਪੁਰੀਆ ਭਾਰ। ਮਹਾਰਾਜ ਕਹਿੰਦੇ ਭੁੱਖੇ ਜਿਹੜੇ ਨਾ, ਭੁੱਖੜ ਲੋਕ, ਬਾਹਲੇ ਪਦਾਰਥਾਂ ਦੇ ਲਾਲਚੀ, ਪਦਾਰਥਾਂ ਦੀ ਪ੍ਰਾਪਤੀ ਦੀ ਤ੍ਰਿਸ਼ਨਾ ਰੂਪੀ ਭੁੱਖ ਕਦੇ ਨਹੀਂ ਉਤਰਦੀ ਉਹਨਾਂ ਨੂੰ, ਲੈਂਦੀ ਨਹੀਂ ਕਦੇ ਵੀ। ਜੇ ਪੁਰੀਆ ਤੋਂ ਭਾਵ ਹੈ ਵੀ ਜਿਹੜੇ ਜਿਵੇਂ ਦੇਵਪੁਰੀ ਹੈ, ਬ੍ਰਹਮਪੁਰੀ ਹੈ, ਵਿਸ਼ਨੂਪੁਰੀ ਹੈ, ਸ਼ਿਵਪੁਰੀ ਹੈ, ਇੰਦਰਪੁਰੀ, ਸਵਰਗਪੁਰੀ, ਜਿਵੇਂ
ਇੱਥੇ ਦੇ ਪਦਾਰਥਾਂ ਕੁਛ ਵੀ ਨਹੀਂ, ਉੱਥੇ ਦੇ ਏਡੇ ਵਧੀਆ ਪਦਾਰਥ ਨੇ। ਉਹਨਾਂ ਦਾ ਭਾਰ ਬੰਨ੍ਹ ਕੇ, ਮਤਲਬ ਕਿ ਭਾਰ ਦਾ ਮਤਲਬ ਵੀ ਸਾਰੀ ਜ਼ਿੰਮੇਵਾਰੀ ਉਹਨੂੰ ਸੌਂਪਦੇ ਵੀ ਤੇਰੀਆਂ ਹੋਈਆਂ ਇਹ, ਤਾਂ ਵੀ ਉਹਨਾਂ ਭੁੱਖਿਆਂ ਦੀ ਭੁੱਖ ਨਹੀਂ ਉਤਰਦੀ। ਇਸ ਕਰਕੇ ਮਹਾਰਾਜ ਕਹਿੰਦੇ ਵੀ ਜਿਹੜਾ ਤੁਸੀਂ ਕਹਿੰਦੇ ਵਰਤ ਧਾਰਨ ਕਰਨ ਦੇ ਨਾਲ, ਇਹ ਵਰਤ ਧਾਰਨ ਕਰਨ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਇਸ ਤਰ੍ਹਾਂ ਨਹੀਂ ਹੋ ਸਕਦੀ। ਇਹਦਾ ਖੰਡਨ ਕੀਤਾ ਮਹਾਰਾਜ ਨੇ। ਸੋ ਇਸ ਕਰਕੇ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ। ਅਤੇ ਇੱਕ ਇਹਦੇ 'ਚ ਮਹਾਰਾਜ ਸਾਹਿਬ ਕਹਿੰਦੇ ਵੀ ਅੰਦਰ ਤੋਂ ਪਦਾਰਥ ਦੀ ਇੱਛਾ ਬਣੀ ਰਹਿੰਦੀ ਹੈ ਅਤੇ ਬਾਹਰ ਤੋਂ ਉਹਨੂੰ ਕਹਿੰਦਾ ਵੀ ਮੈਂ ਤਾਂ ਬੜਾ ਸੰਤੋਖੀ ਹਾਂ। ਨਕਲੀ ਸੰਤੋਖ ਦੀ ਹੈ ਪਿੱਛੇ ਸਾਖੀ ਆਪ ਜੀ ਨੇ ਸੁਣ ਲਈ ਹੈ, ਇਹਦੇ ਨਾਲ ਨਹੀਂ। ਅਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ। ਅਤੇ ਇਹਦੇ 'ਤੇ ਇੱਕ ਤ੍ਰਿਸ਼ਨਾਲੂ ਬ੍ਰਾਹਮਣ ਦੀ ਗੱਲ ਆਉਂਦੀ ਹੈ। ਇਹ ਤ੍ਰੇਤੇ ਦੇ ਪੁਰਾਣਾਂ ਦੇ ਇਤਿਹਾਸ ਵਿੱਚ, ਤ੍ਰੇਤੇ ਯੁੱਗ ਦੇ ਵਿੱਚ ਭਗਵਾਨ ਰਾਮ ਜੀ ਉਹਦੇ ਪੂਰਵਜਾਂ ਦੀ ਗੱਲ ਹੈ। ਇੱਕ ਰਾਜਾ ਹੋਇਆ, ਉਹਦਾ ਨਾਮ ਸੀ ਰਘੂ। ਬਹੁਤ ਵੱਡਾ ਧਰਮੀ ਰਾਜਾ, ਵੀ ਇਸ ਧਰਤੀ ਦੇ ਉੱਤੇ ਕਦੇ ਕਦੇ ਇਹੋ ਜਿਹੇ ਰਾਜਾ ਪੈਦਾ ਹੁੰਦੇ। ਦਾਨੀ ਐਡਾ ਵੱਡਾ ਸੀ, ਅੱਜ ਵੀ ਪੁਰਾਣਾ 'ਚ ਉਹ ਜਿਉਂਦਾ ਹੈ ਆਪਣੀ ਦਾਨ ਦੇ ਕਾਰਨ। ਉਹਦੀ ਦਾਨ ਦੀ ਸ਼ੋਭਾ ਸੁਣ ਕੇ ਇੱਕ ਲਾਲਚੀ ਬ੍ਰਾਹਮਣ ਆਇਆ ਅਤੇ ਆ ਕੇ ਮਹਾਰਾਜ ਸਾਹਿਬ ਦੇ ਦਰਬਾਰ ਦੇ ਕੁਦਰਤੀ ਰਾਜਾ ਕਿਤੇ ਗਿਆ ਹੋ ਸੀ। ਉਸ ਦਿਨ ਦਾਨਸ਼ਿਲਾ ਦੇ ਵਿੱਚ ਰਾਣੀ ਬੈਠੀ ਸੀ। ਉਹਨੇ ਆ ਕੇ ਕਿਹਾ ਜੀ ਮੈਂ ਮਹਾਰਾਜਾ ਸਾਹਿਬ ਨੂੰ ਮਿਲਣਾ ਹੈ। ਰਾਣੀ ਨੇ ਬ੍ਰਾਹਮਣ ਦਾ ਸਤਿਕਾਰ ਕੀਤਾ, ਕਿਉਂਕਿ ਬ੍ਰਾਹਮਣਾਂ ਦੀ ਤਾਂ 3 ਯੁੱਗਾਂ ਦੇ ਵਿੱਚ ਪੂਰਾ ਸਿੱਕਾ ਚੱਲਿਆ ਇਹਨਾਂ ਦਾ। ਅਤੇ ਬ੍ਰਾਹਮਣ ਦੇਵਤਾ ਬੈਠੋ, ਹੁਕਮ ਕਰੋ, ਕੋਈ ਦਾਨ ਚਾਹੀਦਾ। ਉਹ ਕਹਿੰਦੇ ਮਹਾਰਾਜ ਨੂੰ ਮਿਲਣਾ ਸੀ। ਕਹਿੰਦੇ ਮਹਾਰਾਜ ਤਾਂ ਹੈ ਨਹੀਂ, ਅੱਜ ਦਾਨ ਕਰਨ ਦੀ ਮੇਰੀ ਜ਼ਿੰਮੇਵਾਰੀ ਹੈ, ਜੋ ਮੰਗੋ। ਕਹਿੰਦਾ ਰਾਣੀ ਫਿਰ ਮੈਂ ਤਾਂ ਮੰਗਣ ਤੋਂ ਪਹਿਲਾਂ ਨਾ ਤਾਂ ਆਪਣੀ ਉਮਰ ਦੇਖੀ, ਨਾ ਆਪਣੀ ਔਕਾਤ ਦੇਖੀ, ਨਾ ਇਹ ਦੇਖਿਆ ਵੀ ਇਹ ਮੰਗਣ ਦੇ ਨਾਲ ਮੇਰਾ ਅਪਜਸ ਹੋਊਗਾ, ਲੋਕੀ ਹਾਸਾ ਕਰਨਗੇ। ਉਮਰ ਬਿਰਧ ਅਵਸਥਾ ਦੇ ਵਿੱਚ ਪੜਾਅ ਪਹੁੰਚਣ ਵਾਲਾ ਹੈ। ਕਹਿੰਦਾ ਜੀ ਮੈਂ ਤਾਂ ਦਾਨ ਦੇ ਵਿੱਚ ਤੁਹਾਨੂੰ ਮੰਗਣ ਆਇਆ ਸੀ ਰਾਜੇ ਦੇ ਕੋਲੋਂ। ਬੇਸ਼ਰਮ ਹੋ ਕੇ ਸਭਾ 'ਚ ਕਹਿਤੀ ਗੱਲ। ਹੁਣ ਧਰਮੀ ਬੰਦੇ ਕ੍ਰੋਧਿਤ ਨਹੀਂ ਹੁੰਦੇ। ਕਹਿਣ ਲੱਗੀ ਬ੍ਰਾਹਮਣ ਦੇਵਤਾ, ਮੇਰਾ ਤਾਂ ਦਾਨ ਮੇਰੇ ਪਿਤਾ ਨੇ ਇੱਕ ਵਾਰੀ ਕੰਨਿਆ ਦਾਨ ਕਰ ਦਿੱਤਾ। ਮੈਂ ਤਾਂ ਮਹਾਰਾਜੇ ਦੀ ਹੋ ਗਈ, ਤਨ ਮਨ ਦੇ ਨਾ ਅੰਤਰ ਰੱਖੇ, ਅਬਰਾ ਦੇਖ ਨਾ ਸੁਣਿਆ ਭੱਖ ਹੈ। ਇਹ ਮੈਂ ਤਾਂ ਦਾਨ ਹੋਈ ਵੀ ਹਾਂ, ਪਹਿਲਾਂ ਹੀ ਮੇਰੇ ਪਿਤਾ ਨੇ ਦਾਨ ਕਰ ਦਿੱਤਾ ਹੈ, ਵੀ ਇਹ ਤਾਂ ਮੇਰੇ ਵੱਸ ਦੀ ਗੱਲ ਨਹੀਂ। ਕਹਿੰਦਾ ਚਲੋ ਮੈਂ ਰਾਜੇ ਦੇ ਆਏ ਤੇ ਆ ਜਾਊਂ। ਅਗਲੇ ਦਿਨ ਆ ਗਿਆ, ਰਘੂ ਰਾਜਾ ਬੈਠਾ ਹੈ। ਨਮਸਕਾਰ ਕੀਤੀ ਬ੍ਰਾਹਮਣ ਦੇਵਤੇ ਨੂੰ। ਕਹਿੰਦੇ ਦੱਸੋ ਜੀ ਤੁਸੀਂ ਕੱਲ੍ਹ ਵੀ ਆਏ ਸੀ? ਕਹਿੰਦੇ ਜੀ ਆਇਆ ਸੀ। ਮੰਗੋ। ਕਹਿੰਦਾ ਜੀ ਦਾਨ ਦੇ ਵਿੱਚ ਦੇਖੋ ਬੜੇ ਬੜੇ ਰਾਜੇ ਨੇ ਜਿਹੜੇ ਸੇਜਾ ਨਾਰੀ ਭੂਮਦਾਨ ਲਿਖੇ ਨਾ ਗੁਰਬਾਣੀ ਦੇ ਵਿੱਚ, ਅਰ ਪੈ ਨਾਰ ਸ਼ਿੰਗਾਰ ਸਮੇਤ। ਹੁਣ ਉਹ ਇੱਕ ਦਾਨ ਦੀ ਪ੍ਰਥਾ ਸੀ। ਕੀ ਸੀ ਵੀ ਜਿਹੜਾ ਪਤੀ ਪਤਨੀ ਦਾ ਜ਼ਿਆਦਾ ਪਿਆਰ ਹੁੰਦਾ ਸੀ ਉਹਨੂੰ ਕਹਿੰਦੇ ਸੀ ਤੁਲਾ ਦਾਨ ਕਰਦੇ। ਬ੍ਰਾਹਮਣਾਂ ਦੇ ਪਖੰਡ ਬਣਾਇਆ ਹੋਇਆ ਸੀ। ਤੁਲਾ ਦਾਨ ਕੀ ਸੀ ਵੀ ਉਹਨੂੰ ਦਾਨ ਕਰ ਦਿੱਤਾ, ਹਾਂ ਜੀ ਇਹ ਮੈਂ ਦਾਨ ਕਰ ਦਿੱਤੀ ਆਪਣੀ ਮਹਾਰਾਣੀ, ਅਤੇ ਫਿਰ ਕੀ ਕਰਨਾ ਹੈ? ਜਾਂ ਰਾਣੀ ਨੇ ਕਹਿਤਾ ਮੈਂ ਰਾਜਾ ਦਾਨ ਕਰ ਦਿੱਤਾ। ਬਾਅਦ ਦੇ ਵਿੱਚ ਸੰਤੋਖੀ ਹੁੰਦੇ ਸੀ ਬ੍ਰਹਮ। ਫਿਰ ਤੱਕੜੀ ਦੇ ਵਿੱਚ ਇੱਕ ਪਾਸੇ ਸੋਨਾ ਪਾ ਲੈਣਾ ਜਾਂ ਚਾਂਦੀ ਪਾ ਲੈਣੀ ਜਾਂ ਦਾਣੇ ਪਾ ਲੈਣੇ। ਜਿਹੜੇ ਬਹੁਤੇ ਸੰਤੋਖੀ ਸੀ ਪਾਣੀਓ ਪਾ ਲੈਣਾ, ਦੁੱਧ ਪਾ ਲੈਣਾ, ਉਹ ਤੋਲ ਕੇ ਲੈਣਾ, ਜਾਓ ਜੀ ਹੁਣ ਤੁਸੀਂ ਜਾ ਸਕਦੇ ਹੋ, ਇਹਦੇ ਬਦਲੇ ਮੈਂ ਆਹ ਲੈ ਲਿਆ। ਅਤੇ ਮਹਾਰਾਣੀ ਦਾ ਦਾਨ ਮੰਗ ਲਿਆ। ਉਹਨੇ ਕਿਹਾ ਵੀ ਤੁਲਾ ਦਾਨ ਮੰਗਦਾ ਵੀ ਮੈਂ ਹੁਣ ਇਹਨੂੰ ਤੱਕੜੀ 'ਚ ਬਿਠਾ ਕੇ। ਉਹ ਕਹਿੰਦਾ ਠੀਕ ਹੈ ਜੀ, ਮੈਂ ਲਓ ਸੰਕਲਪ ਕੀਤਾ ਅਤੇ ਰਾਣੀ ਦਾਨ ਕਰੀ। ਅਤੇ ਕਹਿਣ ਲੱਗਾ ਜੀ ਫਿਰ ਹੁਣ ਇੱਕ ਹੋਰ ਬੇਨਤੀ ਹੈ, ਇਹ ਮੇਰਾ ਘਰ ਟੁੱਟਿਆ ਫੁੱਟਿਆ ਜਿਹੜਾ ਹੈ, ਰਾਣੀ 'ਤੇ ਤਾਂ ਰਹਿਣ ਵਾਲਾ ਹੈ ਨਹੀਂ। ਉਹ ਰਾਜਾ ਸਮਝ ਗਿਆ ਵੀ ਤਾਂ ਬੇਈਮਾਨ ਹੋ ਗਿਆ, ਪੱਕੇ ਤੌਰ 'ਤੇ ਸਾਂਭ ਬੈਠਿਆ। ਕਹਿੰਦੇ ਕੀ ਚਾਹੁੰਦਾ? ਕਹਿੰਦਾ ਜੀ ਇਹਨੂੰ ਮਹਿਲਾਂ 'ਚ ਰਹਿਣ ਦਾ ਸੁਭਾਅ ਬਣਿਆ ਹੋਇਆ, ਮਹਿਲ ਵੀ ਦਾਨ ਕਰ ਦਿਓ ਮੈਨੂੰ, ਇਹ ਲਿਖਿਆ ਹੋਇਆ ਪੁਰਾਣ 'ਚ। ਰਾਜਾ ਕਹਿੰਦਾ ਆ ਲੈ, ਮੈਂ ਇਹਦੀ ਵੀ ਚੂੜੀ ਛੱਡੀ। ਹੁਣ ਖੁਸ਼ ਹੈ? ਕਹਿੰਦਾ ਨਹੀਂ ਜੀ, ਇਹ ਹੁਣ ਕੀ ਚਾਹੀਦਾ? ਕਹਿੰਦਾ ਮਹਾਰਾਜ ਵੀ ਇਸ ਤਰ੍ਹਾਂ ਗੱਲ ਹੈ ਵੀ ਮਹਿਲ ਤਾਂ ਮਿਲ ਗਿਆ, ਵੀ ਹੁਣ ਇਹ ਮਹਿਲ ਦੀ ਰਾਖੀ ਕੌਣ ਕਰੂਗਾ? ਅਤੇ ਕਹਿੰਦੇ ਵੀ ਦੱਸੋ ਪਹਿਰੇਦਾਰ।
ਤੇ ਕਹਿੰਦਾ ਜੀ ਫਿਰ ਰਾਣੀ ਦਾ ਐਡਾ ਵੱਡਾ ਖਰਚਾ ਹੈ, ਉਹ ਮੈਂ ਕਿਵੇਂ ਚਲਾਊਂਗਾ? ਕਹਿੰਦੇ ਚਾਹੁੰਦਾ ਕਿਉਂ ਹੈ? ਕਹਿੰਦੇ ਜੀ ਖਜ਼ਾਨੇ ਦਾਨ ਕਰ ਦਿਓ। ਕਹਿੰਦਾ ਲੈ ਸਾਰੇ ਖਜ਼ਾਨੇ ਵੀ ਛੱਡੇ, ਹੁਣ ਤਾਂ ਖੁਸ਼ ਹੈ? ਕਹਿੰਦਾ ਨਹੀਂ ਜੀ। ਹੁਣ ਕੀ ਗੱਲ ਹੈ? ਕਹਿੰਦਾ ਜੀ ਹੁਣ ਇਹਨੇ ਖਜ਼ਾਨੇ ਨੂੰ ਕੋਈ ਲੁੱਟ ਕੇ ਲੈ ਜਾਊਗਾ, ਮੈਨੂੰ ਫੌਜਾਂ ਚਾਹੀਦੀਆਂ ਨੇ, ਫੌਜਾਂ ਦੇ ਦਿਓ। ਕਹਿੰਦੇ ਆਹ ਲੈ ਫੌਜਾਂ ਵੀ ਦਿੱਤੀਆਂ, ਚੋਲੀ ਛੱਡਤੀ। ਤੇ ਕਹਿੰਦੇ ਹੁਣ ਤਾਂ ਠੀਕ ਹੈ? ਕਹਿੰਦਾ ਨਹੀਂ ਜੀ, ਫੌਜਾਂ ਦਾ ਖਰਚਾ ਕਿੱਥੋਂ ਚਲਾਊਂ ਮੈਂ? ਕਹਿੰਦੇ ਕੀ ਚਾਹੁੰਦਾ? ਕਹਿੰਦੇ ਜਿੱਥੇ ਤੱਕ ਤੁਹਾਡਾ ਰਾਜ ਹੈ, ਇਹ ਸਾਰਾ ਕੁਛ ਜਿਹੜਾ ਮਾਮਲਾ ਪ੍ਰਜਾ ਦਾ ਜਿਹੜਾ ਤੁਹਾਨੂੰ ਮਿਲਦਾ ਸੀ, ਇਹ ਸਾਰਾ ਕੁਛ ਮੈਨੂੰ ਮਿਲੇ। ਮਹਾਰਾਜ ਨੇ ਦਾਨ ਕਰਨ ਦੇ ਵਿੱਚ ਸਾਰਾ ਰਾਜ ਹੀ ਦਾਨ ਕਰ ਦਿੱਤਾ। ਉੱਠਿਆ, ਹੱਥ ਜੋੜੇ, ਹੇ ਈਸ਼ਵਰ, ਤੂੰ ਤਾਂ ਬ੍ਰਾਹਮਣ ਦਾ ਰੂਪ ਧਾਰਨ ਕਰਕੇ ਆ ਗਿਆ। ਮੇਰਾ ਮਨ ਪਹਿਲਾਂ ਹੀ ਬਹੁਤ ਤੰਗ ਸੀ, ਪਰ ਮੈਂ ਜੰਜਾਲ 'ਚੋਂ ਨਿਕਲ ਨਹੀਂ ਸੀ ਸਕਦਾ। ਤੂੰ ਮੈਨੂੰ ਮੁਕਤ ਕਰ ਦਿੱਤਾ, ਮੈਂ ਹੁਣ ਤੇਰਾ ਹੀ ਭਜਨ ਕਰੂੰਗਾ। ਤੂੰ ਮੇਰੇ 'ਤੇ ਬਹੁਤ ਕਿਰਪਾ ਕੀਤੀ। ਤੇ ਗਿਆ, ਜਾ ਕੇ ਜੰਗਲ 'ਚ ਬੰਦਗੀ ਕਰਨੀ ਸ਼ੁਰੂ ਕਰ ਦਿੱਤੀ। ਪਰਮੇਸ਼ਰ ਦੇਖਦਾ ਵੀ ਐਡਾ ਸਬਰ ਸੰਤੋਖ, ਤੇ ਉੱਥੇ ਤਪ ਕਰਦੇ ਨੂੰ ਉਹਦੇ ਤਪ ਦੇ ਪ੍ਰਭਾਵ ਕਰਕੇ ਭਗਵਾਨ ਨੇ ਇਹ ਜੀ ਖੇਡ ਰਚਾਈ, ਨਾਰਦ ਨੂੰ ਪ੍ਰੇਰ ਕੇ ਭੇਜ ਦਿੱਤਾ। ਨਾਰਦ ਆਇਆ, ਕਹਿਣ ਲੱਗਾ, ਹੇ ਮਹਾਤਮਾ, ਮੈਨੂੰ ਇੱਕ ਅੰਮ੍ਰਿਤ ਫਲ ਪ੍ਰਾਪਤ ਹੋਇਆ, ਤੂੰ ਤਪਸਵੀ ਹੈ, ਇਹ ਖਾ ਲੈ, ਇਹਦੇ ਨਾਲ ਜਵਾਨ ਹੋ ਜਾਏਗਾ, ਤੇ ਤੇਰੀ ਬੁਢਾਪੇ 'ਚ ਉਮਰ ਜਾ ਰਹੀ ਹੈ, ਜਵਾਨ ਹੋ ਜਾਏਗਾ। ਉਹ ਕਹਿੰਦਾ ਜੀ ਠੀਕ ਹੈ, ਤੁਹਾਡਾ ਵਰਦਾਨ ਹੈ, ਲਿਆ। ਰਾਜਾ ਸੋਚਣ ਲੱਗਿਆ ਵੀ ਜੇ ਮੈਂ ਜਵਾਨ ਹੋ ਗਿਆ, ਮੁੜ ਕੇ ਵਿਸ਼ੇ ਵਿਕਾਰ ਫੇਰ ਤੰਗ ਕਰਨਗੇ। ਹੁਣ ਤਾਂ ਬੁਢਾਪੇ ਨੇ ਵਿਸ਼ੇ ਵਿਕਾਰਾਂ ਤੋਂ ਖਹਿੜਾ ਛਡਾ ਦਿੱਤਾ, ਅੱਗੇ ਜਵਾਨੀ ਦੇ ਵਿੱਚ ਕੀ ਕਰ ਲਿਆ? ਵਿਸ਼ੇ ਹੀ ਭੋਗਿਆ। ਕਹਿਣ ਲੱਗਾ ਵੀ ਇਹ ਹੁਣ ਜਿੱਥੇ ਐਡਾ ਪਰਉਪਕਾਰ ਮਹਾਰਾਜ ਨੇ ਮੇਰੇ ਕੋਲੋਂ ਕਰਾਇਆ ਹੈ, ਬ੍ਰਾਹਮਣ ਹੈ, ਇਹ ਬ੍ਰਾਹਮਣ ਬਿਰਧ ਹੋ ਗਿਆ। ਅਤੇ ਰਾਜੇ ਜਿਹੜੇ ਛੋਟੀ ਉਮਰ ਦੀਆਂ ਰਾਣੀਆਂ ਨਾਲ ਵੀ ਵਿਆਹ ਕਰਾ ਲੈਂਦੇ ਸੀ, ਬ੍ਰਾਹਮਣ ਜਿਹੜਾ ਬਿਰਧ ਹੋ ਗਿਆ, ਇਹਨੇ ਤਾਂ ਨਹੀਂ ਇਸ ਗੱਲ ਦੀ ਸ਼ਰਮ ਕੀਤੀ ਵੀ ਚਲੋ ਮੈਂ ਬ੍ਰਾਹਮਣ ਨੂੰ ਦੇ ਦੇਣਾ, ਜਵਾਨ ਹੋ ਜਾਊਗਾ, 4 ਦਿਨ ਸੁੱਖ ਭੋਗ ਲੂ। ਆ ਕੇ ਕਹਿੰਦਾ ਵੀ ਹੁਣ ਤੁਸੀਂ ਮਹਾਰਾਜੇ ਵੀ ਹੋ ਇਸ ਵੇਲੇ, ਮੈਂ ਤਾਂ ਹੁਣ ਪਰਜਾ 'ਚ ਹੈ, ਅਤੇ ਬ੍ਰਾਹਮਣ ਦੇਵਤਾ ਆ ਅੰਮ੍ਰਿਤ ਫਲ ਮੈਨੂੰ ਮਿਲਿਆ ਸੀ, ਇਹ ਵੀ ਲੈ ਲੈ, ਜਿੱਥੇ ਹੋਰ ਇੰਨਾ ਕੁਛ ਲਿਆ ਇਹ ਵੀ ਤੂੰ ਹੀ ਲੈ ਲੈ। ਜਿਹੜਾ ਬੇਈਮਾਨ ਹੁੰਦਾ ਹੈ ਉਹਦੀ ਚਿਤਵਣੀ ਬੇਈਮਾਨੀ ਵਾਲੀ ਹੁੰਦੀ ਹੈ। ਉਹਨੇ ਕਹਿੰਦਾ ਵੀ ਰਾਜੇ ਨੇ ਰਾਜ ਤਾਂ ਦੇ ਤਾ, ਪਰ ਹੁਣ ਇਹ ਵਿਉਹ ਫਲ ਲੈ ਕੇ ਆਇਆ ਮੇਰੇ ਵਾਸਤੇ, ਵੀ ਮੈਨੂੰ ਮਾਰਨ ਵਾਸਤੇ। ਕਹਿੰਦਾ ਵੀ ਐਂ ਤਾਂ ਨਹੀਂ ਹੁਣ ਮੈਂ ਰਾਜ ਮੋੜਦਾ ਇਹਨੂੰ। ਉਹਨੇ ਵਿਉਹ ਫਲ ਜਾਣ ਕੇ ਘੋੜਿਆਂ ਦੇ ਤਬੇਲੇ 'ਚ ਦਬ ਦਿੱਤਾ। ਨੌਕਰਾਣੀ ਦੇਖਦੀ ਸੀ। ਹੁਣ ਇੱਕ ਦਿਨ ਦੇਖੋ, ਜਦੋਂ ਬਿਪਤਾ ਪਈ ਵੀ ਹੋਵੇ ਨਾ, ਸੁਭਾਅ ਚਿੜਚਿੜਾ ਹੋ ਜਾਂਦਾ ਹੈ, ਮਨੁੱਖੀ ਮਨ ਹੈ। ਮਹਾਰਾਣੀ ਇਸ ਵੇਲੇ ਬਹੁਤ ਚਿੜਚਿੜੇ ਸੁਭਾਅ 'ਚ ਰਹਿੰਦੀ ਸੀ, ਪਰ ਉਹਨੇ ਇੱਕ ਗੱਲ ਕਹਿਤੀ ਬ੍ਰਾਹਮਣ ਨੂੰ, ਕਹਿੰਦੀ ਗੱਲ ਸੁਣ ਲੈ, ਦਾਨ ਤੈਨੂੰ ਕਰ ਦਿੱਤਾ ਹੈ, ਮੈਂ ਤੇਰੀ ਪਤਨੀ ਨਹੀਂ ਹਾਂ, ਮੈਂ ਦਾਨ ਹੋਈ ਵੀ ਹਾਂ, ਮੈਂ ਦਾਸੀ ਹਾਂ, ਨੌਕਰਾਣੀ ਤਰ੍ਹਾਂ ਕਰੂੰਗੀ, ਪਰ ਮੇਰਾ ਜੀਵਨ ਪਤੀ ਵਰਤਾ ਵਾਲਾ ਜਿਉਂਦਾ ਤਿਉਂ ਰਹੇਗਾ, ਮੈਂ ਤੇਰੇ ਨਾਲ ਵਿਆਹ ਨਹੀਂ ਕਰਾਇਆ। ਰਾਣੀ ਨੇ ਆਪਣਾ ਜਤ ਸਤ ਕਾਇਮ ਰੱਖਿਆ। ਤੇ ਬ੍ਰਾਹਮਣ ਨੇ ਕਿਹਾ ਕੋਈ ਨਹੀਂ, ਇਹ 4 ਦਿਨਾਂ ਦੀ ਗੱਲ ਹੈ, ਆਪੇ ਹੌਲੀ ਹੌਲੀ ਇਹਦੇ ਮਨ ਬਦਲ ਜਾਊਗਾ। ਉਹ ਮਹਾਰਾਣੀ ਨੇ ਕਿਤੇ ਆਪਣੀ ਦਾਸੀ ਸੀ ਜਿਹੜੀ, ਉਹ ਸੀ ਬਿਰਧ ਅਵਸਥਾ 'ਚ, ਕਿਸੇ ਗਲਤੀ ਤੋਂ ਚਿੜਚਿੜਾ ਸੁਭਾਅ ਸੀ, ਉਹਨੇ ਕਿਤੇ ਕੁੱਟੀ, ਮਾਰ ਦਿੱਤੀ 4 ਧੱਫੇ। ਉਹ ਅਪਮਾਨ ਨਾ ਸਹਿੰਦੀ ਹੋਈ ਵੀ ਜੇ ਅਸੀਂ ਗਰੀਬ ਲੋਕ ਇਹ ਅਮੀਰਾਂ ਦੇ ਅਸੀਂ ਆ ਕੇ ਕੰਮ ਕਰਦੇ ਹਾਂ, ਤਾਂ ਇਹਦਾ ਮਤਲਬ ਇਹ ਥੋੜ੍ਹਾ ਵੀ ਅਸੀਂ ਆਪਣਾ ਅਪਮਾਨ ਕਰਾਈਏ। ਉਹਨੇ ਕਿਹਾ ਜੇ ਜੀਵਨ ਨਾਲ ਮਰ ਜਾਣਾ ਹੀ ਚੰਗਾ ਹੈ। ਮਹਾਰਾਣੀ ਨੇ ਮੇਰੀ ਬਿਰਧ ਅਵਸਥਾ ਦਾ ਵੀ ਖਿਆਲ ਨਹੀਂ ਕੀਤਾ, ਗੋਲੀਆਂ ਦੇ ਸਾਹਮਣੇ ਕੁੱਟਿਆ। ਉਹਨੇ ਸੋਚਿਆ ਵੀ ਕਿਵੇਂ ਕਰਾਂ, ਜਲਦੀ ਕਿਵੇਂ ਮਰਿਆ ਜਾਊ। ਉਹਨੇ ਕਿਹਾ ਵੀ ਉਹ ਵਿਉਹ ਫਾਲਾ ਜਿਹੜਾ ਉਹ ਖਾ ਲਾਂ ਜਾ ਕੇ। ਘੋੜਿਆਂ ਤਵੇਲੇ ਪਟਿਆ, ਉਹ ਚੱਕ ਕੇ ਖਾ ਲਿਆ, ਜਾ ਕੇ ਪੈ ਗਈ ਵੀ ਮੈਂ ਮਰਨ ਲੱਗੀ ਹਾਂ। ਅਤੇ ਉਹ ਨੌਜਵਾਨ ਹੋ ਗਈ। ਪਰਮਾਤਮਾ ਦੀ ਕਿਰਪਾ ਹੈ ਵੀ ਨੌਜਵਾਨ ਨੂੰ ਬਿਰਧ ਨੂੰ ਕਿਵੇਂ, ਨਾਰੀ ਤੇ ਜੋ ਪੁਰਖ ਕਰਾਵੇ ਪੁਰਖਨ ਤੇ ਨਾਰੀ, ਤਾਂ ਪਰਮਾਤਮਾ ਨੇ ਜਾਣ ਕੇ ਖੇਡ ਰਚੀ ਹੋਈ ਸੀ ਸਾਰੀ, ਹੋਰ ਕੀ ਹੋਣਾ ਸੀ। ਰੌਲਾ ਪੈ ਗਿਆ, ਸੁੰਦਰ ਕੰਨਿਆ ਕੌਣ? ਉਹਨੇ ਪੁੱਛਿਆ ਬ੍ਰਾਹਮਣ ਨੇ। ਕਹਿੰਦਾ ਤੂੰ ਤਾਂ ਗੋਲੀ ਸੀ, ਵੀ ਕੀ ਹੋ ਗਿਆ, ਤੇਰਾ ਸਰੀਰ ਬਦਲ ਗਿਆ? ਕਹਿੰਦੀ ਜੀ ਮੈਂ ਤਾਂ ਵਿਉਹ ਖਾਧੀ ਸੀ, ਪਤਾ ਨਹੀਂ ਕੀ ਅਸਰ ਹੋਇਆ। ਕਿਹੜੀ ਵਿਉਹ? ਕਹਿੰਦੀ ਜਿਹੜੀ ਤੁਸੀਂ ਦੱਬੀ ਸੀ ਉੱਥੇ। ਉਹ ਕਹਿੰਦਾ ਓਹੋ, ਬੜੀ ਗਲਤੀ ਹੋ ਗਈ। ਉੱਥੋਂ ਉੱਠਿਆ, ਜਾ ਕੇ ਲੱਭਦਾ ਲੱਭਦਾ ਜੰਗਲ ਦੇ ਵਿੱਚ ਰਘੂ ਰਾਜਾ ਜਿੱਥੇ ਤਪੱਸਿਆ ਕਰਦਾ ਸੀ, ਕਹਿੰਦਾ ਉਹਦੇ ਦਾਨੀ ਸੁਭਾਅ ਨੂੰ ਜਾਣਦਾ ਸੀ। ਕਹਿਣ ਲੱਗਾ ਵੀ ਮਹਾਤਮਾ ਜੀ, ਰਘੂ ਮਹਾਤਮਾ ਜੀ, ਵੀ ਮੈਨੂੰ ਤਾਂ ਅੰਮ੍ਰਿਤ ਫਲ ਚਾਹੀਦਾ ਇੱਕ ਹੋਰ। ਕਹਿੰਦੇ ਜੀ ਮੇਰੇ ਕੋਲ ਤਾਂ ਇੱਕੋ ਹੀ ਸੀ, ਮੈਂ ਦੇ ਤਾ ਤੁਹਾਨੂੰ, ਮੇਰੇ ਕੋਲ ਤਾਂ ਹੋਰ ਹੈ ਨਹੀਂ। ਕਹਿੰਦਾ ਨਾ ਜੀ, ਮੈਨੂੰ ਤਾਂ ਇੱਕ ਹੋਰ ਚਾਹੀਦਾ।
ਕਹਿੰਦਾ ਵੀ ਮੇਰੇ ਕੋਲ ਤਾਂ ਹੈ ਹੀ ਨਹੀਂ। ਕਹਿੰਦੇ ਵੀ ਤੈਨੂੰ ਕਿੱਥੋਂ ਮਿਲਿਆ ਸੀ? ਕਹਿੰਦਾ ਨਾਰਦ ਤੋਂ ਮਿਲਿਆ ਸੀ। ਕਹਿੰਦੇ ਚੱਲ ਮੇਰੇ ਨਾਲ ਨਾਰਦ ਦੇ ਕੋਲ। ਉਹ ਨਾਰਦ ਕੋਲ ਚਲੇ ਗਏ ਅਤੇ ਨਾਰਦ ਕਹਿਣ ਲੱਗਿਆ ਵੀ ਮੈਨੂੰ ਤਾਂ ਸ਼ਿਵ ਜੀ ਨੇ ਦਿੱਤਾ ਸੀ, ਇਹ ਮੇਰੇ ਕੋਲ ਥੋੜ੍ਹੀ ਹੈ, ਮੈਂ ਤਾਂ ਫਕੀਰ ਬੰਦਾ ਤੁਰਿਆ ਰਹਿਣਾ ਨਾਰਾਇਣ ਭਗਤੀ ਕਰਦਾ। ਉਹ ਕਹਿੰਦੇ ਚਲੋ ਸ਼ਿਵ ਜੀ ਕੋਲ। ਰਘੂ ਰਾਜਾ, ਬ੍ਰਾਹਮਣ ਅਤੇ ਨਾਰਦ ਤਿੰਨੇ ਉੱਥੇ ਚਲੇ ਗਏ ਅਤੇ ਜਾ ਕੇ ਸ਼ਿਵ ਜੀ ਨੂੰ ਕਹਿਣ ਲੱਗੇ ਜੀ ਅਮਰ ਫਲ ਚਾਹੀਦਾ। ਉਹ ਕਹਿੰਦਾ ਵੀ ਮੈਨੂੰ ਤਾਂ ਦਰਿਆ ਦੇ ਵਿੱਚ ਰੁੜਿਆ ਹੁੰਦਾ ਮਿਲਿਆ ਸੀ, ਹੁਣ ਅਮਰ ਫਲ ਤਾਂ ਮੇਰੇ ਕੋਲ ਕਿਤੇ ਬਗੀਚਾ ਲਾਇਆ ਵਾ, ਮੈਂ ਚੱਕ ਕੇ ਤੈਨੂੰ ਦੇ ਦਿੱਤਾ ਵੀ ਤੂੰ ਖਾ ਲਿਆ, ਤੂੰ ਨਾਰਾਇਣ ਦਾ ਭਗਤ ਹੈ। ਉਹ ਕਿੱਥੇ ਗਿਆ? ਤੂੰ ਕਹਿੰਦਾ ਜੀ ਮੈਂ ਇਹਨੂੰ ਦੇ ਦਿੱਤਾ। ਉਹ ਕਹਿੰਦਾ ਮੈਂ ਇਹਨੂੰ ਦੇ ਦਿੱਤਾ। ਉਹ ਕਹਿੰਦੇ ਹੋਰ ਨਹੀਂ ਹੈਗਾ ਹੁਣ। ਉਹ ਤਾਂ ਦਰਿਆ 'ਚ ਸੀ। ਅਤੇ ਬ੍ਰਾਹਮਣ ਕਹਿੰਦਾ ਵਾਪਸ ਆ ਕੇ ਨਾਰਦ ਅਤੇ ਉਹਨੂੰ ਰਘੂ ਰਾਜੇ ਨੂੰ ਕਹਿੰਦਾ ਇਹਦਾ ਮਤਲਬ ਇਹ ਆ ਵੀ ਦਰਿਆ ਦੇ ਕਿਨਾਰੇ ਕੋਈ ਦਰਖਤ ਹੈ ਅਮਰ ਫਲ ਦਾ, ਵੀ ਚਲੋ ਮੇਰੇ ਨਾਲ ਲਭਾ ਕੇ ਲਿਆਓ। ਐਡਾ ਲਾਲਚ ਜਾ ਗਿਆ, ਤੁਰ ਪਏ। ਜਾਂਦੇ ਜਾਂਦੇ ਇੱਕ ਬਾਗ ਆ ਗਿਆ ਅਤੇ ਉਹ ਬਾਗ ਦੇ ਮੂਹਰੇ ਫੱਟਾ ਲੱਗਿਆ ਹੋਇਆ ਇੱਕ, ਉਹਦੇ 'ਤੇ ਕੀ ਲਿਖਿਆ? ਇਹ ਅਮਰ ਫਲਾਂ ਦਾ ਬਾਗ ਹੈ। ਬ੍ਰਾਹਮਣ ਤਾਂ ਖੁਸ਼ ਹੋ ਗਿਆ। ਹੇਠਾਂ ਕੀ ਲਿਖਿਆ? ਰਘੂ ਰਾਜੇ ਨੇ ਇੱਕ ਅਮਰ ਫਲ ਦਾਨ ਕੀਤਾ ਸੀ, ਉਹਦੇ ਬਦਲੇ ਭਗਵਾਨ ਜੀ ਨੇ ਇਹ ਸਾਰਾ ਬਾਗ ਰਘੂ ਰਾਜੇ ਵਾਸਤੇ ਰੱਖਿਆ ਹੋਇਆ ਹੈ। ਇੰਨੀ ਗੱਲ ਕਹਿਣ ਦੀ ਦੇਰ ਸੀ ਅਤੇ ਉਸੇ ਵੇਲੇ ਬ੍ਰਾਹਮਣ ਕਹਿਣ ਲੱਗਿਆ, ਕਹਿੰਦਾ ਰਘੂ ਰਾਜੇ ਨੂੰ, ਕਹਿੰਦਾ ਜੀ ਦੇਖੋ ਤੁਸੀਂ ਤਾਂ ਤਿਆਗੀ ਬੰਦੇ ਹੋ, ਵੀ ਤੁਸੀਂ ਕੀ ਕਰਨਾ ਹੈ, ਇਹ ਬਾਗ ਵੀ ਮੈਨੂੰ ਦੇ ਦਿਓ। ਉਹ ਕਹਿੰਦਾ ਵੀ ਮੈਂ ਤਾਂ ਪਹਿਲਾਂ ਹੀ ਝੰਜਰ ਫਸਾਂ, ਮੈਂ ਤਾਂ ਉਪਰਾਮ ਹੈ, ਮੈਨੂੰ ਤਾਂ ਪਰਮੇਸ਼ਰ ਚਾਹੀਦਾ, ਮੈਨੂੰ ਬਾਗ ਨਹੀਂ ਚਾਹੀਦੇ। ਉਹ ਕਹਿੰਦਾ ਦਾਤਾ ਤੂੰ ਇਹ ਕੀ ਕਰ ਰਿਹਾ? ਮੈਨੂੰ ਇਹ ਅਮਰ ਫਲਾਂ ਦੇ ਬਾਗ ਨੂੰ ਮੈਂ ਕੀ ਕਰਨਾ, ਮੈਨੂੰ ਤਾਂ ਤੂੰ ਚਾਹੀਦਾ। ਕਹਿੰਦਾ ਲਿਆ। ਚੂਲੀ ਛੱਡਣ ਲੱਗਿਆ। ਭਗਵਾਨ ਨੇ ਉਸੇ ਵੇਲੇ ਆਪਣੇ ਪਾਰਖਾਂ ਨੂੰ ਕਹਿੰਦੇ ਗੱਲ ਸੁਣ ਲਓ, ਇੱਕ ਅਮਰ ਫਲ ਦਾਨ ਕਰਨ ਦੇ ਬਦਲੇ ਮੈਂ ਬਾਗ ਦੇ ਦਿੱਤਾ, ਇੱਕ ਰਾਜ ਛੱਡਣ ਦੇ ਬਦਲੇ ਇਹਨੂੰ ਮੈਂ ਸਵਰਗ ਦਾ ਰਾਜ, ਉੱਥੇ ਲਿਖਿਆ ਸੀ ਸਵਰਗ ਦਾ ਰਾਜ ਵੀ ਇਸ ਨੂੰ ਦਿੱਤਾ। ਇੱਕ ਮੰਦਰ ਛੱਡਿਆ ਹੈ, ਉਹਦੇ ਬਦਲੇ ਇਸ ਨੂੰ ਸਵਰਗ ਦੇ ਮੰਦਰ ਦੇ ਦਿੱਤੇ, ਰਾਜ ਦੇ ਦਿੱਤਾ। ਅਤੇ ਇਹਨੇ ਇੱਕ ਔਰਤ ਦਾਨ ਕੀਤੀ, ਇਹਨੂੰ ਅਪਛਰਾਂ ਦੇ ਸੁੱਖ ਦੇ ਦਿੱਤੇ। ਅਤੇ ਭਗਵਾਨ ਜੀ ਕਹਿੰਦੇ ਜੇ ਹੁਣ ਦੁਬਾਰੇ ਆ ਸਾਰਾ ਕੁਛ ਇਹਨੇ ਦਾਨ ਕਰ ਦਿੱਤਾ, ਮੈਂ ਦਊਂਗਾ ਕਿ ਇਹਨੂੰ, ਇਹਦੇ ਦੇਣ ਵਾਸਤੇ ਕੀ ਰਹੂਗਾ ਮੈਂ? ਇਹ ਕਹਿੰਦਾ ਵੀ ਜਾਓ ਜਲਦੀ ਦੇ ਕੇ ਮੌਕਾ ਸਾਂਭੋ, ਦਾਨ ਨਹੀਂ ਕਰਨ ਦੇਣਾ। ਪਾਰਖ ਤੇ ਜਲਦੀ ਦੇ ਕੇ ਆਏ। ਜੇ ਚੂਲੀ ਛੱਡਣੇ ਲੱਗਿਆ ਸੀ, ਮਾਰਿਆ ਧੱਕਾ, ਦਰਿਆ ਦੇ ਵਿੱਚ ਰੋੜ ਦਿੱਤਾ। ਉਹ ਹੱਥ ਮਾਰਦਾ ਜਾਵੇ, ਕੱਢ ਲਓ ਮੈਨੂੰ, ਕੱਢ ਲਓ। ਪਾਰਖ ਕਹਿੰਦੇ ਨਹੀਂ, ਤੇਰੇ ਵਰਗੇ ਦੀ ਸੰਸਾਰ 'ਚ ਲੋੜ ਨਹੀਂ, ਇੱਥੇ ਹੀ ਰਹਿ, ਤੂੰ ਠੀਕ ਥਾਂ 'ਤੇ ਹੈ। ਤੋ ਕਹਿਣ ਤੋਂ ਬਾਅਦ ਜਿਹੜੇ ਭੁੱਖੇ ਲੋਕ ਹਨ, ਤ੍ਰਿਸ਼ਨਾਲੂ ਲੋਕ ਹਨ, ਉਹਨਾਂ ਦੀ ਭੁੱਖ ਕਦੇ ਉਤਰਦੀ ਨਹੀਂ। ਭੁੱਖਿਆਂ ਭੁੱਖ ਨਾ ਉਤਰੀ। ਭੁੱਖਿਆਂ ਦੀ ਭੁੱਖ ਜਿਹੜੀ ਹੈ ਉਹ ਕਦੇ ਵੀ ਉਤਰਦੀ ਨਹੀਂ ਹੈ। ਅਤੇ ਭਾਵੇਂ ਉਹ ਕਿੰਨੇ ਯਤਨ ਕਰ ਲੈਣ, ਜੇ ਪੁਰੀਆਂ ਦਾ ਭਾਰ ਬੰਨ੍ਹ ਕੇ ਵੀ ਉਹਨਾਂ ਨੂੰ ਯਾਨੀ ਇੰਨੇ ਪਦਾਰਥ ਦੇ ਦਈਏ ਤਾਂ ਫਿਰ ਵੀ ਉਹਨਾਂ ਦੀ ਭੁੱਖ ਕਦੇ ਉਤਰਦੀ ਨਹੀਂ ਹੈ। ਇਸ ਕਰਕੇ ਵੀ ਜਿਹੜੇ ਵਰਤ ਧਾਰਨ ਕਰਨ ਦੀ ਤੁਸੀਂ ਗੱਲ ਕਰਦੇ ਹੋ ਨਾ, ਅਤੇ ਅੰਦਰ 'ਤੇ ਉਹ ਭੁੱਖ ਜਿਹੜੀ ਬਣੀ ਰਹਿੰਦੀ ਹੈ। ਅਤੇ ਇਸ ਤੋਂ ਅੱਗੇ ਫਿਰ ਹੁਣ ਮਹਾਰਾਜ ਸਾਹਿਬ ਜੀ ਇਹ ਖੰਡਨ ਕਰਦੇ ਹੋਏ ਅੱਗੇ ਦੱਸਦੇ ਹਨ ਜੀ, ਸਹਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਮਹਾਰਾਜ ਕਹਿੰਦੇ ਸਿੱਧੋ ਤੁਸੀਂ ਜਿਹੜਾ ਚੌਥਾ ਪ੍ਰਸ਼ਨ ਸੀ ਵੀ ਸਿਆਣਪਾਂ ਸ਼ਾਸਤਰਾਂ ਦੀਆਂ ਜਿਹੜੀਆਂ ਨੇ ਉਹਦੇ ਨਾਲ ਪਰਮਾਤਮਾ ਮਿਲ ਜਾਂਦਾ, ਕਹਿੰਦੇ ਇਹ ਵੀ ਗੱਲ ਗਲਤ ਹੈ। ਇੱਕ ਨਹੀਂ, ਦੋ ਨਹੀਂ, ਸਹਿਸ ਕੀ ਹਜ਼ਾਰਾਂ ਧਾਰਮਿਕ ਗ੍ਰੰਥਾਂ ਦੀਆਂ ਅਤੇ ਉਹਨਾਂ 'ਚੋਂ ਲੱਖਾਂ ਹੀ ਸਿਆਣਪਾਂ ਜਾਣਕਾਰੀਆਂ ਤੁਹਾਨੂੰ ਪ੍ਰਾਪਤ ਹੋ ਜਾਣ, ਤਾਂ ਵੀ ਪ੍ਰਲੋਕ ਦੇ ਰਸਤੇ ਲੱਖਾਂ ਸਿਆਣਪਾਂ ਦੇ 'ਚੋਂ ਇੱਕ ਵੀ ਤੁਹਾਡੇ ਨਾਲ ਨਹੀਂ ਜਾਣੀ, ਇੱਕ ਨਾ ਚੱਲੇ ਨਾਲ, ਉੱਥੇ ਨਹੀਂ ਚੱਲਦੀ। ਜਾਂ ਫਿਰ ਅੰਤ ਦੇ ਵੇਲੇ ਮੌਤ ਦੇ ਅੱਗੇ ਕੋਈ ਸਿਆਣਪ ਨਹੀਂ ਚੱਲਣੀ, ਅਤੇ ਉਸ ਥਾਂ 'ਤੇ ਦਾ ਫਿਰ ਸੰਜਮ ਸਹਿਸ ਸਿਆਣਪਾਂ ਪਿਆਰੇ ਇੱਕ ਨਾ ਚੱਲੀ ਨਾਲ। ਮਹਾਰਾਜ ਸਾਹਿਬ ਨੇ ਕਿਹਾ ਸੋਠ ਰਾਗ ਦੇ ਵਿੱਚ, ਅਫਲਾਤੂ ਦੀ ਚੱਲੀ ਸੀ, ਕਿੰਨਾ ਸਿਆਣਾ ਸੀ, ਸਿਕੰਦਰ ਬਾਦਸ਼ਾਹ ਦਾ ਵਜ਼ੀਰ ਸੀ। ਜਦੋਂ ਮੌਤ ਆਈ, ਆਪਣੇ ਵਰਗੀਆਂ ਸੈਂਕੜੇ ਸ਼ਕਲਾਂ ਬਣਾਈਆਂ, ਸਮੱਸਿਆ ਖੜੀ ਹੋਈ, ਧਰਮਰਾਜ ਨੂੰ ਜਾ ਕੇ ਕਿਹਾ ਜੀ ਉਹ ਲਿਆਈਏ ਕਿਹਨੂੰ? ਅਫਲਾਤੂ ਸੀ ਇਹਦਾ ਨਾਂ, ਰਿੱਧੀ ਸਿੱਧੀ ਦੇ ਬਲ ਨਾਲ। ਧਰਮਰਾਜ ਕਹਿੰਦਾ ਚਲਾਕ ਬਣਦਾ ਇਹ, ਇਹਨੂੰ ਪਤਾ ਨਹੀਂ ਵੀ ਮੌਤ ਦੇ ਅੱਗੇ ਚੱਲਦੀ ਨਹੀਂ ਹੁੰਦੀ। ਕਹਿੰਦੇ ਇਉਂ ਕਰੋ, ਮਨੁੱਖ ਉਹ ਸਭ ਕੁਝ ਕਰ ਸਕਦਾ ਪਰ ਆਪਣੀ ਵਡਿਆਈ ਨਹੀਂ ਛੱਡ ਸਕਦਾ, ਇਹਦੀ ਹਉਮੈ ਜਗਾਓ।
ਕਹਿੰਦੇ ਮਹਾਰਾਜ ਕਿਵੇਂ ਜਗਾਈਏ? ਕਹਿੰਦੇ ਦੋ ਤਰੀਕੇ ਨਾਲ ਹਉਮੈ ਨੂੰ ਜਗਾਉਣ ਦਿਓ। ਵਡਿਆਈ ਕਰ ਦਿਓ ਤਾਂ ਵੀ ਹਉਮੈ ਜਾਗ ਆਉਂਦੀ ਹੈ, ਅਤੇ ਜੇ ਨਿੰਦਿਆ ਕਰ ਦਿਓ ਤਾਂ ਵੀ ਜਾਗ ਆਉਂਦੀ ਹੈ। ਤੁਸੀਂ ਦੋਨੇ ਗੱਲਾਂ ਕਰੋ, ਵਡਿਆਈ ਵੀ ਕਰ ਦਿਓ, ਨਿੰਦਿਆ ਵੀ ਕਰ। ਤਰੀਕਾ ਦੱਸਦਾ ਆ ਗਏ। ਵਾਹ ਬਈ ਸ਼ਕਲਾਂ ਬਣਾਉਣ ਵਾਲਿਆ, ਧੰਨ ਤੇਰੀ ਮਾਂ, ਧੰਨ ਤੇਰਾ ਪਿਓ, ਧੰਨ ਤੂੰ, ਐਡਾ ਸਿਆਣਾ ਤੂੰ, ਤੇਰੇ ਵਰਗਾ ਦਾ ਸਿਆਣਾ ਜੰਮਿਆ ਕੋਈ ਨਹੀਂ। ਇੰਨੀਆਂ ਵਧੀਆ ਸ਼ਕਲਾਂ ਜਾਂਦੇ। ਕਹਿੰਦੇ ਪਰ ਆਹ ਜਿਹੜੀ ਸ਼ਕਲ ਹੈ ਇਹਦਾ ਨੱਕ ਵਿੰਗਾ ਕਰਤਾ, ਕਹਿੰਦਾ ਇੱਥੇ ਆ ਕੇ ਧੋਖਾ ਕਰ ਗਿਆ, ਇਹਦਾ ਕੰਨ ਵਿੰਗਾ ਕਰਤਾ, ਇਹਦੇ ਤਾਂ ਬੁੱਲੇ ਵਿੰਗੇ ਕਰਤੇ, ਇਹਦਾ ਸਿਰੇ ਵਿੰਗਾ ਕਰਤਾ। ਕਹਿੰਦਾ ਉਹ ਠਹਿਰੋ, ਕੌਣ ਹੋ ਤੁਸੀਂ? ਕਹਿੰਦਾ ਸਾਰਿਆਂ ਦੇ ਸਹੀ ਠੀਕ ਨੇ। ਕਹਿੰਦੇ ਸਾਰੇ ਠੀਕ ਨੇ ਪਰ ਤੂੰ ਠੀਕ ਨਹੀਂ, ਆ ਜਾ ਤੈਨੂੰ ਹੀ ਫੜਨਾ ਹੈ। ਇੱਕ ਨਾ ਚੱਲੀ ਨਾਲ ਫੜ ਕੇ ਲੈ ਗਏ। ਤੋ ਇਸ ਕਰਕੇ ਪਾਰਸਨਾਥ ਵਰਗਿਆਂ ਦੀਆਂ ਸਿਆਣਪਾਂ ਕਿ ਉਹਨਾਂ ਦੀਆਂ ਚੱਲ ਗਈਆਂ ਸੀ। ਤੋ ਇਸ ਕਰਕੇ ਜਿਹੜੀ ਹੈ ਇਹ ਸਿਆਣਪਾਂ ਦੇ ਨਾਲ ਹੁਣ ਰਾਜਾ ਜਨਮੇਜਾ ਮੌਤ ਤੋਂ ਬਚਣ ਵਾਸਤੇ ਪਹਿਲੇ ਦੱਸਤਾ ਸੀ ਵਿਆਸ ਨੇ, ਰਾਜਾ ਜਨਮੇਜਾ ਦੇ ਮਤੀ ਬਰਜ ਵਿਆਸ ਪੜਾਇਆ, ਤਿੰਨ ਕਰ ਜਗ 18 ਕਾਏ ਕਿਰਤ ਨਾ ਚਲੇ ਚਲਾਇਆ। ਪਹਿਲੇ ਦੱਸਤਾ ਵੀ 18 ਕੁਲਾਂ ਦੇ ਬ੍ਰਾਹਮਣ ਮਾਰ ਕੇ 18 ਤਰ੍ਹਾਂ ਦਾ ਕੋੜ ਹੋਊਗਾ ਤੈਨੂੰ, ਉਸੇ ਤਰ੍ਹਾਂ ਹੋਇਆ। ਤੋ ਇਸ ਕਰਕੇ ਸਿਆਣਪਾਂ ਦੇ ਨਾਲ ਵੀ ਵਾਹਿਗੁਰੂ ਨਹੀਂ ਪ੍ਰਾਪਤ ਹੁੰਦਾ, ਵਰਤ ਧਾਰਨ ਕਰਨ ਦੇ ਨਾਲ ਵੀ ਨਹੀਂ ਧਾਰਨ ਕਰਦਾ, ਉੱਪਰ ਤੇ ਵਰਤ ਦੇ ਸੰਤੋਖ ਦੇ ਦਿਖਾਵੇ ਕਰਨ ਦੇ ਨਹੀਂ ਮਿਲਦਾ। ਤੋ ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਰੋਵੈ ਜਨਮੇਜਾ ਖੋਏ ਗਿਆ, ਇੱਕ ਹੀ ਕਾਰਨ ਪਾਪੀ ਭਇਆ, ਤਾਂ ਹੀ ਹੋਇਆ ਨਾ ਇਹ। ਤੋ ਇੱਥੇ ਤੱਕ ਇਸ ਦੇ ਅਰਥ ਜਿਹੜੇ ਪੌੜੀ ਦੇ ਹੋਏ ਨੇ। ਹੁਣ ਇਹਦੇ ਅੰਤਰੀਵ ਅਰਥ ਚੱਲਣਗੇ ਇਸ ਦੇ। ਇਹ ਉਹ ਅਰਥ ਸੀ ਜਿਹੜੇ ਬੱਚਿਆਂ ਨੂੰ ਸਮਝ ਆ ਜਾਣ, ਇਹ ਉਹ ਵਿਚਾਰ ਸੀ ਜਿਹੜੇ ਸਭਨਾਂ ਦੇ ਸਮਝ ਆਵੇ। ਅਤੇ ਹੁਣ ਇਸ ਤੋਂ ਥੋੜ੍ਹੇ ਜਦੋਂ ਅੰਤਰੀਵ ਅਰਥ ਨੇ ਅਤੇ ਉਹ ਮੂਲ ਮੰਤਰ ਜਿੰਨੇ ਤਾਂ ਨਹੀਂ ਔਖੇ ਹੋਣਗੇ, ਪਰ ਅਸਲੀ ਮਨੋਰਥ ਗੁਰੂ ਸਾਹਿਬ ਦੇ ਬਚਨ ਉਚਾਰਨ ਕਰਨ ਦਾ ਆ ਹੈ। ਅਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ਼ ਪੇ ਅੰਤਰੀ ਭਾਵ ਦੇ ਵਿੱਚ ਦੱਸਦੇ ਨੇ, ਸੁਣਨਾ ਕਰੋ ਜੀ। ਸੋਚੈ ਸੋਚ ਨ ਹੋਵੇ ਜੇ ਸੋਚੀ ਲੱਖ ਵਾਰ। ਅਤੇ ਮਹਾਰਾਜ ਸਾਹਿਬ ਕਹਿੰਦੇ ਸਿੱਧੋ ਸਰੀਰ ਦੀ ਸੋਚੇ ਸ਼ੁੱਧਤਾ ਕਰਨ ਦੇ ਨਾਲ ਮਨ ਦੀ ਸੋਚ ਪਵਿੱਤਰਤਾ ਨਹੀਂ ਹੁੰਦੀ। ਭਾਵੇਂ ਲੱਖਾਂ ਵਾਰ ਸਰੀਰ ਦੀ ਸ਼ੁੱਧਤਾ ਕਰ ਲਈਏ, ਪਰ ਮਨ ਦੇ ਗੰਦੇ ਫੁਰਨੇ ਤਾਂ ਮਨ ਨੂੰ ਅਪਵਿੱਤਰ ਕਰੀ ਜਾਂਦੇ ਨੇ। ਫਿਰ ਵੀ ਜਿਹੜਾ ਪਹਿਲਾ ਅਰਥ ਸੀ ਉਹਦੇ 'ਚ ਇਹ ਸੀ ਨਾ ਵੀ ਇਸ਼ਨਾਨ ਕਰਨ ਦੇ ਨਾਲ ਇੰਦਰੀਆਂ ਦੇ ਵਿੱਚੋਂ ਮੈਲ ਨਿਕਲਦੀ ਹੈ। ਇਹ ਅਰਥ ਦੇ ਵਿੱਚ ਹੁਣ ਇਹ ਵੀ ਮਨ ਜਿਹੜਾ ਉਹ ਮੈਲਾ ਹੁੰਦਾ ਹੈ। ਬਾਹਰ ਧੋਤੀ ਤੂੰਬੜੀ ਅੰਦਰ ਵੇਸਨੇ ਕੋਰ, ਲੌਕੀ 68 ਤੀਰਥ ਨਹਾਈ, ਕੌਰਾਪਨ ਤਊ ਨ ਜਾਈ। ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਇਸ ਕਰਕੇ ਕਹਿੰਦੇ ਇਹਦੇ ਨਾਲ ਮਨ ਸੁੱਚਾ ਨਹੀਂ ਹੁੰਦਾ। ਅਤੇ ਸੋਚੇ ਵਿਚਾਰ ਕਰਨ ਦੇ ਨਾਲ ਅਤੇ ਪਰਮੇਸ਼ਰ ਦੀ ਜਿਹੜੀ ਪ੍ਰਾਪਤੀ ਨਹੀਂ ਹੁੰਦੀ। ਜੇ ਪ੍ਰੇਮ ਦੇ ਸਹਿਤ ਵਿਚਾਰ ਹੋਵੇ ਤਾਂ ਪ੍ਰਾਪਤੀ ਹੁੰਦੀ ਹੈ। ਸੋਚ ਵਿਚਾਰ ਪ੍ਰਾਪਤ ਨਹੀਂ ਹੁੰਦੀ ਜੇ ਕਿ ਵੀ ਮੈਨੂੰ ਪਰਮਾਤਮਾ ਦੀ ਸੋਚ, ਇਹਦੇ ਨਾਲ ਬ੍ਰਹਮ ਗਿਆਨ ਹੋ ਜਾਊਗਾ, ਸੋਚੀ ਗਏ ਸੋਚੀ ਜਾਣਾ। ਸੋਚਣ ਦੇ ਨਾਲ ਹੀ ਭਾਵੇਂ ਲੱਖਾਂ ਵਾਰ ਇਹੋ ਜਿਹੀਆਂ ਵਿਚਾਰਾਂ ਲੱਖਾਂ ਚਿਤਵਣੀਆਂ ਕਰ ਲਈਏ, ਅਤੇ ਇਸ ਕਰਕੇ ਚਿਤਵਣੀ ਕਰਨ ਦੇ ਨਾਲ ਫਿਰ ਵੀ ਵਾਹਿਗੁਰੂ ਦੀ ਸੋਚ ਚਿਤਵਣੀ ਨਹੀਂ ਹੁੰਦੀ। ਲੱਖਾਂ ਵਾਰੀ ਭਾਵੇਂ ਚਿਤਵਣੀ ਕਰੀਏ। ਚੁੱਪੈ ਚੁੱਪ ਨ ਹੋਈ ਜੇ ਲਾਏ ਰਹਾ ਲਿਵਤਾਰ। ਅਤੇ ਮੂੰਹ ਤੋਂ ਚੁੱਪ ਰਹਿਣ ਦੇ ਨਾਲ ਅਤੇ ਫੁਰਨਿਆਂ ਦੀ ਚੁੱਪ ਨਹੀਂ ਹੁੰਦੀ, ਕਿਉਂ ਮਨ ਸੰਕਲਪ ਵਿਕਲਪ ਕਰਦਾ ਹੀ ਰਹਿੰਦਾ। ਜਿਵੇਂ ਸੋਚਿਆ ਸੋਚਣਾ, ਉਹ ਵੀ ਕਹਿੰਦੇ ਫਿਰ ਪਵਿੱਤਰਤਾ ਹੋਊਗੀ ਕਿਵੇਂ? ਸਿੱਧਣਗੇ ਇਹ ਤਾਂ ਤੁਸੀਂ ਕਹਿ ਤਾਂ ਵੀ ਨਹੀਂ। ਅਤੇ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਮਨ ਦੀ ਪਵਿੱਤਰਤਾ ਜਿਹੜੀ ਹੈ ਉਹ ਇਸ ਤਰ੍ਹਾਂ ਨਹੀਂ ਹੁੰਦੀ। ਮਨ ਦੀ ਪਵਿੱਤਰਤਾ ਨਿਸ਼ਕਾਮ ਕਰਮ ਕਰਨ ਦੇ ਨਾਲ ਹੋਊਗੀ। ਅਤੇ ਇਸ ਕਰਕੇ ਚੁੱਪੇ ਮਨ ਨੂੰ ਚੁੱਪ ਕਰਾਉਣਾ ਬਹੁਤ ਔਖਾ ਹੈ। ਮੂੰਹ ਨੂੰ ਚੁੱਪ ਕਰਾਉਣਾ ਬਹੁਤ ਸੌਖਾ ਹੈ। ਚੁੱਪ ਕਰਕੇ ਬਹਿ ਜਾਓ, ਉਸਨੂੰ ਬੁੱਲ ਉਮੀਦ ਕਰ ਲਈ, ਠੀਕ ਹੈ ਨਹੀਂ। ਪਰ ਮਨ ਜਿਹੜਾ ਉਹਦਾ ਪ੍ਰਵਾਹ ਹਉਮੈ ਕਰਕੇ, ਤਿੰਨਾਂ ਗੁਣਾਂ ਦਾ ਬਣਿਆ ਹੋਣ ਕਰਕੇ, ਮਾਇਆ ਦਾ ਪੁਤਲਾ ਹੋਣ ਕਰਕੇ ਇਹ ਚੁੱਪ ਨਹੀਂ ਹੁੰਦਾ। ਅੰਤਸ਼ ਕਰਨ ਦਾ ਹਿਲਾਓ ਬਣਿਆ ਰਹਿੰਦਾ। ਅਤੇ ਜੇ ਕਿ ਇਹ ਜੇਕਰ ਚੁੱਪ ਰੂਪ ਬਿਰਤੀ ਨੂੰ ਤਾਰ ਤੇਲ ਧਾਰਾ ਵਾਂਗੂ, ਅਤੇ ਸੰਕਲਪਾਂ ਵਿਕਲਪਾਂ ਵੱਲੋਂ ਰੋਕਣ ਵਾਸਤੇ ਤਾਂ ਯਤਨ ਨਹੀਂ ਹੈ ਇਹ ਵੀ ਇੱਕ ਸਾਰ ਚੁੱਪ ਇੱਕ ਸਾਰ ਰੱਖੀ, ਲੇਕਿਨ ਮਨ ਦੇ ਵਿੱਚ ਫੁਰਨੇ ਚੱਲਦੇ ਰਹੇ। ਮੋਨੀ ਹੋਏ ਬੈਠਾ ਇਕਾਂਤੀ ਹਿਰਦੇ ਕਲਪਨ ਗੰਠਾ। ਤੋ ਇਸ ਕਰਕੇ ਫਿਰ ਇਹ ਅਤੇ ਹੁੰਦੀ ਕਿਵੇਂ ਫਿਰ ਮਨ ਇਸ ਤਰ੍ਹਾਂ ਚੁੱਪ ਨਹੀਂ ਹੋ ਸਕਦਾ।
ਤੇ ਮਹਾਰਾਜ ਸਾਹਿਬ ਕਹਿੰਦੇ ਕੁੰਭੇ ਬੱਧਾ ਜਲ ਰਿਹਾ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ। ਇਹਨੂੰ ਵਿਚਾਰਾਂ ਨਾਲ ਗਿਆਨ, ਗੁਰੂ ਦੇ ਗਿਆਨ ਨਾਲ ਬੰਨਿਆ ਜਾ ਸਕਦਾ। ਗੁਰ ਕਿਰਪਾ ਚ ਨਰਕੋ ਕੀ ਨਹੀਂ ਤੇਹ ਜੁਗਤ ਪਛਾਨੀ, ਦਹਿ ਖੋਜ ਮੈਂ ਫਿਰਿਓ ਜਦ ਦੇਖੋ ਤਾਂ ਸੋਏ, ਮਨ ਵਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ। ਤੋ ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਇਹ ਯਤਨ ਹੈ ਜੇ ਭੁਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਤੇ ਮਹਾਰਾਜ ਸਾਹਿਬ ਕਹਿੰਦੇ ਦਿਖਾਵੇ ਮਾਤਰ ਤੇ ਭੁੱਖੇ ਰਹਿਣ ਦੇ ਨਾਲ, ਵਰਤ ਧਾਰਨ ਕਰਨ ਦੇ ਨਾਲ, ਤੇ ਇਹ ਇਸ ਢੰਗ ਦੇ ਨਾਲ ਕਹਿੰਦੇ ਇਹ ਪਖੰਡ ਹੈ ਜਿਹੜਾ ਬਾਹਰ ਤੋਂ ਦਿਖਾਵੇ ਮਾਤਰ ਭੁੱਖੇ ਰਹਿਣਾ, ਜਿਵੇਂ ਵਰਤ ਧਾਰਨ ਕੀਤਾ ਹੈ, ਇਹ ਪਖੰਡ ਰੂਪ ਕਰਮ ਕਰਨ ਦੇ ਨਾਲ ਨਾ ਪਦਾਰਥਾਂ ਦੀ ਤ੍ਰਿਸ਼ਨਾ, ਆਸਾ ਰੂਪੀ ਭੁੱਖ ਨਹੀਂ ਉਤਰਦੀ। ਤੇ ਜੇਕਰ ਇੰਦਰੀਆਂ ਰੂਪ ਪੁਰੀਆਂ ਨੂੰ ਪਦਾਰਥਾਂ ਦਾ ਭਾਰ ਕੇ ਬੋਝ ਮੰਨ ਕੇ ਦੇ ਦਈਏ, ਇਹਦੇ ਨਾਲ ਇਹ ਨਹੀਂ ਭੁੱਖ ਉਤਰਦੀ। ਜੇ ਬੰਨਾ ਬੰਨ ਭਾਵ ਦਮਨ ਕਰ ਲੈਣ ਦਾ, ਤਾਂ ਵੀ ਮਨ ਦੀਆਂ ਆਸਾਂ ਤ੍ਰਿਸ਼ਨਾ ਰੂਪੀ ਭੁੱਖ ਬਣੀ ਰਹਿੰਦੀ ਹੈ। ਭੁੱਖਿਆ ਰਹਿਣ ਦੇ ਨਾਲ ਤ੍ਰਿਸ਼ਨਾ ਰੂਪੀ ਭੁੱਖ ਨਹੀਂ ਮਿਟਦੀ। 14 ਪੁਰੀਆਂ ਦਾ ਪਦਾਰਥਾਂ ਦਾ ਮਨ ਨੂੰ ਭਾਵੇਂ ਬੰਨ ਲਈਏ, ਭਾਵ ਰੋਕ ਲਈਏ ਵੀ ਇਹ ਪਦਾਰਥ ਜਿਹੜੇ ਨੇ ਇਹਨੂੰ ਦੇ ਦਈਏ, ਪਰ ਨਹੀਂ, ਇਸ ਤਰ੍ਹਾਂ ਨਹੀਂ ਹੈ। ਤ੍ਰਿਸ਼ਨਾ ਰੂਪੀ ਭੁੱਖ ਬਣੀ ਰਹਿੰਦੀ ਹੈ। ਭੁੱਖਿਆ ਰਹਿਣ ਨਾਲ ਤ੍ਰਿਸ਼ਨਾ ਰੂਪੀ ਭੁੱਖ ਨਹੀਂ ਮਿਟਦੀ। ਤੇ ਫਿਰ ਮਿਟਦੀ ਕਿਵੇਂ ਆ? ਜੇ 14 ਪੁਰੀਆਂ ਦੇ ਪਦਾਰਥਾਂ ਵੱਲੋਂ ਮਨ ਨੂੰ ਬੰਨ ਲਈਏ ਵੀ ਤੂੰ ਨਾਮ ਜਪ, ਇੱਧਰ ਨੂੰ ਨਾ ਜਾ ਤੂੰ, ਤਾਂ ਫਿਰ ਭੁੱਖ ਮਿਟ ਜਾਂਦੀ ਹੈ। ਸਹਿਸ ਸਿਆਣਪਾ ਲੱਖ ਹੋਏ, ਤਾਂ ਇੱਕ ਨਾ ਚੱਲੈ ਨਾਲ। ਤੇ ਜੇਕਰ ਸਹਿਸ ਨਾਮ 1000 ਦਾ ਹੁੰਦਾ ਹੈ, ਗ੍ਰੰਥਾਂ ਦੀਆਂ ਲੱਖਾਂ ਸਿਆਣਪਾਂ ਜਾਣਕਾਰੀਆਂ ਮਨੁੱਖ ਦੇ ਕੋਲ ਹੋ ਜਾਣ, ਮਹਾਰਾਜ ਕਹਿੰਦੇ, ਤੇ ਤਾਂ ਵੀ ਮਨ ਦੇ ਰੋਕਣ ਦੇ ਲਈ ਇੱਕ ਵੀ ਸਿਆਣਪ ਨਹੀਂ ਚੱਲਦੀ, ਮਨ ਸਥਿਰ ਨਹੀਂ ਹੁੰਦਾ। ਤੇ ਇਸ ਕਰਕੇ ਬਹੁਤ ਸਾਰੇ, ਤੇ ਜਿਵੇਂ ਪਾਰਸਨਾਥ ਦਾ ਤਾਂ ਆਮ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ, ਜੋ ਪਾਰਸਨਾਥ ਦੇ ਜਿਹੜਾ ਕਹਿੰਦਾ ਸੀ ਮੈਂ ਸਾਰਾ ਸੰਸਾਰ ਜਿੱਤ ਲਿਆ, ਇਹ ਕੋਈ ਹੈ ਐਸਾ ਜਿਹੜਾ ਨਹੀਂ ਜਿੱਤ ਸਕਿਆ? ਤਾਂ ਗਿਆਨਦੇਵ ਉਹਨੇ ਰਾਜੇ ਨੇ ਕਿਹਾ ਜੀ ਹਾਂ ਇੱਕ ਹੈ, ਉਹ ਮਛੰਦਰਨਾਥ ਦੱਸੂਗਾ। ਮਛੰਦਰਨਾਥ ਨੇ ਦੱਸਿਆ ਕਿ ਰਾਜਨ 2 ਦੁਸ਼ਮਣ ਇਹ ਕਿਹੜੇ? ਇੱਕ ਤਾਂ ਤੇਰਾ ਮਨ ਹੀ ਹੈ, ਮਨ ਨੂੰ ਰੋਕ ਸਕਦਾ, ਇਹ ਨਹੀਂ ਰੁਕਦਾ ਹੁੰਦਾ। ਦੂਸਰਾ ਅਗਿਆਨ, ਅਗਿਆਨ ਤੇ ਮਨ, 2 ਜਿਹੜੇ ਨੇ ਇਹ ਬਹੁਤ ਵੱਡੇ ਦੁਸ਼ਮਣ। ਤੇ ਉਹਨੂੰ ਮਛੰਦਰ ਨੇ ਇਹ ਗੱਲ ਕਹੀ ਸੀ। ਗੁਰੂ ਗੋਬਿੰਦ ਸਿੰਘ ਨੇ 10ਵੇਂ ਗ੍ਰੰਥ ਦੇ ਵਿੱਚ ਇਹ ਲਿਖਿਆ ਹੈ। ਤੇ ਉਹ ਕਹਿੰਦੇ, ਰਾਜਾ ਕਹਿੰਦਾ ਜੀ ਮੈਂ ਤਾਂ ਸਾਰਾ ਸੰਸਾਰ ਜਿੱਤ ਲਿਆ, ਵੀ ਮੈਂ ਇਹਨਾਂ ਨੂੰ ਵੀ ਜਿੱਤੂੰ। ਕਹਿੰਦੇ ਕਹਾਂ ਪਇਓ ਜਦ ਸਭ ਹੀ ਜਗ ਜੀਤ, ਸੋ ਲੋਗਨ ਕੋ ਬਹੁ ਤਰਾਸ ਦਿਖਾਇਓ। ਤਾਂ ਲੋਕਾਂ ਨੂੰ ਬੜਾ ਦਰਦ ਦਿਖਾਇਆ ਹੈ, ਤੂੰ ਰਾਜਿਆਂ ਮਹਾਰਾਜਿਆਂ ਨੂੰ ਜਿੱਤਿਆ ਹੈ। ਕਹਾਂ ਪਇਓ, ਕੀ ਹੋ ਗਿਆ? ਜੋ ਸਭ ਹੀ ਜਗ ਜੀਤ, ਸੋ ਲੋਗਨ ਕੋ ਬਹੁ ਤਰਾਸ ਦਿਖਾਇਓ। ਔਰ ਕਹਾਂ ਜੋ ਪੈ ਦੇਸ ਬਦੇਸਨ, ਮਾਹੇ ਭਲੇ ਗਦ ਗਾਹੇ ਬੰਧਾਇਓ। ਜੋ ਮਨ ਜੀਤਤ ਹੈ ਸਭ ਦੇਸ, ਬਹਿ ਤੁਮਰੇ ਨਿਰਪ ਹਾਥ ਨ ਆਇਓ। ਰਾਜਨ ਜਿਹੜਾ ਮਨ ਸਾਰਿਆਂ ਨੂੰ ਜਿੱਤਦਾ ਉਹ ਤੇਰੇ ਬਸ ਨਹੀਂ ਹੈ। ਲਾਜ ਗਈ ਕੁਛ ਕਾਜ ਸਰਿਓ, ਨਹੀਂ ਲੋਕ ਗਇਓ ਪਰ ਲੋਕ ਨ ਪਾਇਓ। ਭਰਤਰੀ ਮਨ ਰਿਪ ਜੀਤਾ ਸਭ ਰਿਪ ਜੀਤੇ, ਮਨ ਰਿਪ ਜੀਤਾ ਸਭ ਰਿਪ ਜੀਤੇ। ਤੋ ਇਸ ਕਰਕੇ ਫਿਰ ਇਸ ਨੇ ਯਤਨ ਕੀਤਾ ਮਨ ਨੂੰ ਬਸ ਕਰਨ ਦਾ, ਪਰ ਮਨ ਕਦੇ ਘੋੜਿਆਂ 'ਚ, ਕਦੇ ਫੌਜਾਂ 'ਚ, ਕਦੇ ਪਦਾਰਥਾਂ 'ਚ, ਕਦੇ ਵਿਸ਼ਿਆਂ 'ਚ ਰੋਕੀ ਗਿਆ, ਮਨ ਰੁਕਿਆ ਨਾ। ਹੁਣ ਇਹ ਕਹਿੰਦਾ ਵੀ ਮੈਂ ਵਚਨ ਕਰ ਚੁੱਕਾ ਹਾਂ ਵੀ ਮੈਂ ਮਾਰੂੰਗਾ, ਇਹਨੂੰ ਰੋਕੂੰਗਾ, ਮੈਂ ਨਹੀਂ ਬਸ ਕਰ ਸਕਿਆ। ਫਿਰ ਹੁਣ ਮੈਂ ਆਪਣਾ ਵਚਨ ਪੂਰਾ ਕਰਨ ਵਾਸਤੇ ਇੱਕੋ ਹੀ ਗੱਲ ਰਹਿ ਗਈ ਹੈ ਵੀ ਮੈਂ ਹੁਣ ਆਪਣੀ ਜ਼ਿੰਦਗੀ ਸਮਾਪਤ ਕਰਦਾ। ਜੇਲਮ ਦੇ ਕੋਲ ਉਹ ਜਗ੍ਹਾ ਹੈ ਥੋੜ੍ਹੇ ਫਾਸਲੇ ਦੇ ਉੱਤੇ, ਨੀਮ ਖਾਰ ਤੀਰਥ ਕਹਿੰਦੇ ਨੇ, ਉੱਥੇ ਫਿਰ ਆਪਣੀ ਚਿਖਾ ਬਣਾਈ ਇਹਨੇ। ਤੇ ਨਾਲ ਇਹਨੇ ਫਿਰ ਇਹ ਗੱਲ ਕਹੀ, ਗੁਰੂ ਗੋਬਿੰਦ ਸਿੰਘ ਲਿਖਦੇ ਨੇ, ਜੋ ਇਹਨੇ ਜੀਤ ਸੋ ਕੋ ਨਹਿ ਭਾਈ, ਤੋ ਮੈਂ ਜਰੋਂ ਚਿਤਾ ਬਣਾਈ। ਮੈਂ ਹੁਣ ਚਿਤਾ ਬਣਾ ਕੇ ਮਰ ਜਾਵਾਂ। ਮੈਂ ਇਹ ਕਹਿ ਮਨ ਜੀਤ ਨ ਸਾਕਾ, ਆ ਮੁਰ ਬਲ ਪੌਰਖ ਸਭ ਥਾਕਾ। ਮੈਂ ਹੁਣ ਥੱਕ ਗਿਆ। ਐਸ ਭਾਂਤ ਮਨ ਬੀਚ ਵਿਚਾਰਾ,
ਪ੍ਰਗਟ ਸਭਾ ਸਭ ਸੁਣਤ ਉਚਾਰਾ। ਮੈਂ ਬੜ ਭੂਪ ਵੱਡੋ ਬਰਿਆਰੂ, ਮੈਂ ਜੀਤਿਓ ਇਹ ਸਭ ਸੰਸਾਰੂ। ਮੈਂ ਸੰਸਾਰ ਤਾਂ ਜਿੱਤ ਲਿਆ, ਜਿਨ ਮੋਹ ਕੋ ਇਹ ਬਾਤ ਬਤਾਈ, ਤਿਨ ਮੋਹ ਜਾਨ ਠਗੌਰੀ ਲਾਈ। ਇਹ ਦੋਏ ਵੀਰ ਵੱਡੇ ਬਰਿਆਰਾ, ਅਗਿਆਨ ਤੇ ਮਨ, ਇਹ ਦੋਏ ਵੀਰ ਵੱਡੇ ਬਰਿਆਰਾ। ਇਨ ਜੀਤੇ ਜੀਤੋ ਸੰਸਾਰਾ, ਸੰਸਾਰ ਨੂੰ ਉਹ ਜਿੱਤੇ ਜਿਹੜਾ ਇਹਨੂੰ ਜਿੱਤ ਲਵੇ। ਸੋ ਇਸ ਕਰਕੇ ਫਿਰ ਇਸ ਤਨ ਮੈਂ ਮਨ ਕੋਈ ਗੁਰਮੁਖ ਦੇਖੈ, ਭਾਏ ਭਗਤ ਜੋ ਹਉਮੈ ਸੁਖ ਹੈ। ਸਿੱਧ ਸਾਧਕ ਮੋਨ ਧਾਰੀ ਰਹੇ ਲਿਵ ਲਾਏ, ਤਿਨ ਪੀ ਤਨ ਮਹਿ ਮਨ ਨਾ ਦਿਖਾਵਣਿਆ। ਸੰਜਮ ਸਹਿ ਸਿਆਣਪਾਂ ਪਿਆਰੇ ਇੱਕ ਨਾ ਚੱਲੀ ਨਾਲ, ਚਤਰਾਈ ਸਿਆਣਪਾਂ ਕਿਤੇ ਕਾਮ ਨਾ ਆਈਆਂ। ਤੁਠਾ ਸਾਹਿਬ ਜੋ ਦੇਵੇ ਸੋਈ ਸੁਖ ਪਾਈਐ, ਸਹਿ ਸਿਆਣਪੈ ਨਾ ਮਿਲੇ ਮੇਰੀ ਜਿੰਦੜੀਏ। ਜਨ ਨਾਨਕ ਗੁਰਮੁਖ ਜਾਤਾ ਰਾਮ। ਸਿਆਣਪਾਂ ਨਾਲ ਨਹੀਂ ਮਿਲਦਾ। ਤੇ ਸਿਆਣਪ ਤਾਂ ਅਫਲਾਤੂ ਦੇ ਕੋਲ ਵੀ ਸੀ। ਸਿਆਣਪ ਜਿਹੜੀ ਹੈ ਇਹ ਰਾਜਾ ਵੀ ਬੜਾ ਸਿਆਣਾ, ਸ਼ਾਸਤਰ ਤੇ ਸ਼ਸਤਰ ਵਿਦਿਆ ਚ ਨਿਪੁੰਨ ਸੀ, ਪਰ ਨਹੀਂ, ਇੱਥੇ ਆ ਕੇ ਹਾਰ ਖਾ ਗਿਆ। ਤੇ ਜਿਹੜੀਆਂ ਦੋ ਪੰਕਤੀਆਂ ਦੇ ਅਰਥ ਰਹਿੰਦੇ ਆ ਨਾ ਪੌੜੀ ਦੇ ਵਿੱਚ, ਇਹ ਦੋ ਅਰਥ ਇਸ ਥਾਂ ਇਸ ਤੁਕ ਤੱਕ ਹੀ ਮਤਲਬ ਦੂਰੇ ਅਰਥ ਨਾ, ਪਿਛਲੀ ਪੰਕਤੀ ਦਾ ਇੱਕੋ ਹੀ ਅਰਥ ਹੈ। ਇਸ ਕਰਕੇ ਦੁਬਾਰੇ ਫਿਰ ਤੀਸਰੇ ਅਰਥ ਦੇ ਵਿੱਚ ਉਹ ਹੈਗੇ ਸਾਧਨ ਰੂਪੀ ਅਰਥ ਨੇ। ਇਹ ਫਿਰ ਨਿਰੋਲ ਸਿੱਖਾਂ ਵਾਸਤੇ, ਗੁਰੂ ਨਾਨਕ ਦੇ ਸਿੱਖਾਂ ਦੇ ਨਾਲ ਇਹ ਸਿੱਖ ਦੇ ਉੱਤਰ ਪ੍ਰਸ਼ਨ, ਸਿੱਖ ਮੁਖ ਦੁਆਰਾ ਪ੍ਰਸ਼ਨ ਤੇ ਗੁਰੂ ਸਾਹਿਬ ਦਾ ਉੱਤਰ। ਹਾਂ, ਸ਼ੁਰੂ ਤੋਂ ਫੇਰ ਪੜੋ ਜੀ। ਸੋਚੈ ਸੋਚ ਨ ਹੋਇ, ਜੇ ਸੋਚੀ ਲੱਖ ਵਾਰ। ਇਹ ਤੀਸਰਾ ਅਰਥ ਹੈ। ਇਹਦੇ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕੀਤੀ, ਸਤਿਗੁਰੂ ਜੀ, ਜੇ ਸਰੀਰ ਦੀ ਪਵਿੱਤਰਤਾ, ਬਾਣੀ ਦੀ ਮੌਨਤਾ, ਵਰਤ ਰੱਖਣ ਦੇ ਨਾਲ ਤੇ ਲੱਖਾਂ ਸਿਆਣਪਾਂ ਦੇ ਨਾਲ ਰੱਬ ਦੀ ਪ੍ਰਾਪਤੀ ਵਾਹਿਗੁਰੂ ਦੀ ਨਹੀਂ ਹੋ ਸਕਦੀ, ਫਿਰ ਕਿਹੜੇ ਸਾਧਨਾਂ ਨਾਲ ਹੋਏਗੀ? ਹੁਣ ਸਿੱਖਾਂ ਦਾ ਸਵਾਲ ਜਿਹੜਾ ਹੈ ਉਹ ਭਾਵਨਾ ਦੇ ਸਹਿਤ ਹੈ। ਸਿੱਖ ਪੁੱਛਦੇ ਮੈਂ ਫਿਰ ਦੱਸੋ ਕਿਵੇਂ ਹੋਏਗੀ? ਮਹਾਰਾਜ ਸਾਹਿਬ ਜੀ ਫਿਰ ਉਸ ਵੇਲੇ ਉਚਾਰਨ ਕਰਦੇ ਨੇ, ਕਹਿੰਦੇ ਸੋਚੈ ਸੋਚ ਨਾ ਹੋਵੇ, ਜੇ ਸੋਚੀ ਲੱਖ। ਸੋਚੇ ਸੋਚਣ ਨਾਲ ਹਿਰਦੇ ਦੀ ਸੋਚ ਸੁੱਚ ਸੁੱਧੀ ਨਹੀਂ ਹੁੰਦੀ। ਜੇਕਰ ਲੱਖਾਂ ਵਾਲੀ ਸੋਚੀਏ ਤੇ ਕਿਵੇਂ ਹੋਏਗੀ? ਮਹਾਰਾਜ ਕਹਿੰਦੇ ਸੇਵਾ ਕਰਤ ਹੋਏ ਨੇਹ ਕਾਮੀ। ਜਿਸ ਤਰ੍ਹਾਂ ਪੰਜਵੇਂ ਜਾਮੇ 'ਚ ਉਹ ਵਚਨ ਉਚਾਰਨ ਕੀਤਾ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਕਹਿੰਦੇ ਨਿਸ਼ਕਾਮ ਸੇਵਾ ਕਰੋ ਤੇ ਮਨ ਸੁੱਧ ਹੋ ਜਾਏਗਾ। ਮਨ ਦੀ ਸੁੱਧਤੀ ਤੇ ਮਨ ਸੁੱਧ ਹੋਏ ਤੇ ਨਾਮ ਟੇਕਾ, ਨਾਮ ਟੇਕੇ ਤੋਂ ਵਾਹਿਗੁਰੂ ਦੀ ਪ੍ਰਾਪਤੀ ਹੋਏਗੀ। ਇਹ ਤਰੀਕੇ ਦੇ ਨਾਲ ਹੋਏਗੀ। ਚੁਪੈ ਚੁਪ ਨ ਹੋਇ, ਜੇ ਲਾਇ ਰਹਾ ਲਿਵਤਾਰ। ਤੇ ਬਾਣੀ ਦੇ ਚੁੱਪ ਰਹਿਣ ਦੇ ਨਾਲ ਮਹਾਰਾਜ ਸਾਹਿਬ ਜੀ ਨੇ ਜਿਹੜਾ ਪਿੱਛੇ ਕਿਹਾ ਸੀ ਵੀ ਉਹ ਉਹਨਾਂ ਦਾ ਸਵਾਲ ਸੀ ਸਿੱਧਾਂ ਦਾ, ਵੀ ਮੌਨ ਧਾਰਨ ਕਰਨ ਦੇ ਨਾਲ, ਵਰਤ ਰੱਖਣ ਦੇ ਨਾਲ, ਸੁੱਚ ਪਵਿੱਤਰਤਾ ਦੇ ਨਾਲ, ਇਹ ਚੱਲਦੇ ਨਾ ਚਾਰੇ ਪ੍ਰਸ਼ਨ, ਉਹਨਾਂ ਦੇ ਪਹਿਰੇ 'ਚ ਹੈ। ਮਾਰੇ ਕਹਿੰਦੇ ਬਾਣੀ ਦੀ ਚੁੱਪ ਕਰਨ ਦੇ ਨਾਲ ਮਨ ਦੇ ਸੰਕਲਪਾਂ ਦੀ ਚੁੱਪ ਨਹੀਂ ਹੁੰਦੀ। ਭਾਵੇਂ ਤੇਲ ਧਾਰਾ ਵਾਂਗੂ, ਜਿਵੇਂ ਤੇਲ ਇੱਕ ਰਸ ਡਿੱਗਦਾ, ਲਿਬ ਨੂੰ ਰਾਈ ਰੱਖੀਏ, ਪਰ ਹੁੰਦੀ ਕਿਵੇਂ ਹੈ? ਮਾਰੇ ਕਹਿੰਦੇ ਸਮਦਮ ਸਾਧਨ ਕਰਨੇ, ਇਹਨਾਂ ਦੇ ਨਾਲ ਮਨ ਦੀਆਂ ਬਾਸ਼ਨਾਵਾਂ ਰੁਕਦੀਆਂ, ਤੇ ਗੁਰੂ ਦੇ ਸ਼ਬਦ ਦੇ ਵਿੱਚ ਸੁਰਤ ਤੇ ਸ਼ਬਦ ਦਾ ਅਭਿਆਸ ਕਰਨ ਦੇ ਨਾਲ ਮਨ ਇਸ ਤਰ੍ਹਾਂ ਰੁਕੂਗਾ। ਗੁਰੂ ਦੇ ਉਪਦੇਸ਼ ਦੇ ਵਿੱਚ ਪਹਿਲਾਂ ਜੁੜੂਗਾ ਮਨ, ਤੇ ਫਿਰ ਮਹਾਰਾਜ ਸਾਹਿਬ ਕਿਰਪਾ ਕਰਕੇ ਮਨ ਨੂੰ ਜੋੜ ਦਿੰਦੇ ਆ। ਇਸ ਤਰੀਕੇ ਨਾਲ ਜੁੜੂਗਾ ਇਹ ਮਨ। ਭੁੱਖਿਆ ਭੁੱਖ ਨ ਉਤਰੀ, ਜੇ ਬੰਨਾ ਪੁਰੀਆ ਭਾਰ। ਅੰਤਿਸ਼ ਕਰਨ ਦੀ ਜਿਹੜੀ ਭੁੱਖ ਹੈ ਨਾ, ਭੁੱਖੇ ਅੰਤਿਸ਼ ਕਰਨ ਦੀ ਭੁੱਖ ਕਦੀ ਨਹੀਂ ਉਤਰਦੀ। ਸਾਰੇ ਪੁਰੀਆਂ ਦੇ ਪਦਾਰਥਾਂ ਦਾ ਭਾਰ ਬੋਝ ਪਾ ਦਈਏ, ਫਿਰ ਉਤਰਦੀ ਕਿਵੇਂ ਹੈ? ਬੈਰਾਗ ਧਾਰਨ ਕਰਨ ਦੇ ਨਾਲ, ਉਪਰਾਮਤਾ ਦਾਰਥਾ ਵੱਲੋਂ। ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਇਹ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ। ਨਾਮ ਜਪਣ ਦੇ ਨਾਲ ਤ੍ਰਿਸ਼ਨਾ ਬੁਝੂਗੀ। ਤੋ ਇਸ ਕਰਕੇ ਮਹਾਰਾਜ ਕਹਿੰਦੇ ਇਸ ਤਰੀਕੇ ਦੇ ਨਾਲ ਭੁੱਖਿਆਂ ਭੁੱਖ ਨਾ ਉਤਰੀਏ, ਬੰਨਿਆਂ ਪੁਰੀਆਂ ਭਾਰ। ਬੈਰਾਗ ਧਾਰਨ ਕਰ ਲਿਆ। ਬੈਰਾਗ ਧਾਰਨ ਕਰਨ ਦੇ ਨਾਲ ਇਹਦੇ ਨਾਲ ਫਿਰ ਗੁਰੂ ਨਾਨਕ ਦੇ ਘਰ ਦਾ ਵੱਡਾ ਸਿਧਾਂਤ ਕੀ ਹੈ? ਅੱਗੇ ਚੱਲ ਕੇ ਮਹਾਰਾਜ ਕਹਿੰਦੇ ਮੁੰਦਾ ਸੰਤੋਖ, ਸੰਤੋਖ ਸ਼ਬਦ ਵਰਤੇ ਨਾ ਉੱਥੇ ਜਾ ਕੇ ਸਿੱਧਾਂ ਨੂੰ ਦੱਸਿਆ ਹੈ। ਤੇ ਮਹਾਰਾਜ ਸਾਹਿਬ ਨੇ
ਗੁਰੂ ਅਰਜਨ ਦੇਵ ਜੀ ਨੇ ਪਾਵਨ ਬਚਨ ਕਹੇ ਨਾ, ਬਿਨ ਸੰਤੋਖ ਨਹੀਂ ਕੂ ਰਾਜੈ। ਸੰਤੋਖ ਤੋਂ ਬਿਨਾਂ ਕਦੇ ਕਿਸੇ ਨੂੰ ਸੰਤੁਸ਼ਟਤਾ ਨਹੀਂ ਆਈ। ਸੁਪਨ ਮਨੋਰਥ ਬਿਰਥੇ ਸਭ ਕਾਜ, ਸਮ ਸੰਤੋਖ ਨਾ ਔਰ ਸੁਖ, ਤਪ ਨਾ ਖਿਮਾ ਸੰਗ ਜਾਨ। ਬ੍ਰਹਮ ਗਿਆਨ ਸਮਦਾਨ ਨੇ, ਧਰਮ ਨਾ ਦਇਆ ਸਮਾਨ। ਤੇ ਇਸ ਤਰ੍ਹਾਂ ਪੀਸਨ ਪੀਸ ਓੜ ਕਾਮਰੀ, ਸੁਖ ਮਨ ਸੰਤੋਖ ਆਏ। ਸੁਖ ਕਦੋਂ ਹੋਣਾ? ਕਹਿੰਦੇ ਜਦੋਂ ਸੰਤੋਖ ਆਵੇ। ਮਹਾਰਾਜ ਕਹਿੰਦੇ ਸੰਤੋਖ ਤੋਂ ਬਿਨਾਂ ਇਹ ਕਦੇ ਵੀ ਭੁੱਖ ਨਹੀਂ ਉਤਰਦੀ ਹੈ। ਤੇ ਪੁਰੀਆਂ ਦਾ ਭਾਰ ਬਣ ਕੇ ਦੇ ਵਿਰਾਗ ਧਾਰਨ ਕਰਨ ਦੇ ਨਾਲ, ਤੇ ਸਹਿਜ ਸਿਆਣਪ ਵਾਲਾ ਕੋਈ ਇੱਕ ਨਾ ਚੱਲੇ ਨਾਲ। ਤੇ ਭਾਵੇਂ ਅੱਗੇ ਜਿਹੜੀ ਪੰਕਤੀ ਉਚਾਰਨ ਹੈ ਜੀ, ਬੋਲ ਦਿਓ। ਸਹਿਜ ਸਿਆਣਪਾ ਲੱਖ ਹੋਏ, ਤਾਂ ਇੱਕ ਨਾ ਚੱਲੇ ਨਾਲ। ਹਜ਼ਾਰਾਂ ਪੁਸਤਕਾਂ ਦੀਆਂ ਸਿਆਣਪਾਂ ਜਿਹੜੀ ਪਿੱਛੇ ਗਈ, ਉਹ ਹੁਣ ਇਹਦੇ ਨਾਲ ਮਨ ਨਹੀਂ ਰੁਕਦਾ ਹੈ, ਸਿਆਣਪਾਂ ਨਹੀਂ ਚੱਲਦੀਆਂ। ਤੇ ਮਹਾਰਾਜ ਫਿਰ ਰੁਕੂਗਾ ਕਿਵੇਂ? ਕਹਿੰਦੇ ਵਿਵੇਕ ਧਾਰਨ ਕਰਨ ਦੇ ਨਾਲ। ਤੇ ਵਿਵੇਕ ਧਾਰਨ ਕਰੋ, ਉਹਦੇ ਨਾਲ ਮਨ ਜਿਹੜਾ ਹੈ ਬੈਰਾਗ ਵਿਵੇਕ ਖਟ ਸੰਪਤੀ ਮੋਖ ਚਾ, ਪਿੱਛੇ ਮੂਲ ਮੰਤਰ ਸਾਰੇ ਸਾਧਨ ਆਏ ਹੈ। ਇਹ ਇੱਥੇ ਤੱਕ ਜਿਹੜੇ ਫਿਰ ਸਿੱਖਾਂ ਪ੍ਰਤੀ ਮਹਾਰਾਜ ਨੇ ਕਿਰਪਾ ਕੀਤੀ ਹੈ। ਤੇ ਅੱਗੇ ਹੁਣ ਸ਼ਬਦ ਦੀ ਸਮਾਪਤੀ ਦੀਆਂ 2 ਤੁਕਾਂ ਬਾਕੀ ਰਹਿੰਦੀਆਂ ਨਾ, ਤੇ ਫਿਰ ਸਮੁੱਚੀ ਪੌੜੀ ਦਾ ਸਿਧਾਂਤ ਆਏਗਾ। ਤੋ ਅੱਗੇ ਕਥਨ ਕਰਦੇ ਹਨ ਜੀ। ਕਿਵ ਸਚਿਆਰਾ ਹੋਈਐ, ਕਿਵ ਕੂੜਾ ਟੁੱਟੈ ਪਾਲ। ਫਿਰ ਸਿੱਧਾਂ ਤੇ ਖਿਆਲ ਜਾਓ, ਕਿਉਂਕਿ ਪਹਿਲਾ ਅਰਥ ਸਿੱਧਾਂ ਦੇ ਪ੍ਰਤੀ ਸੀ ਨਾ। ਫਿਰ ਸਿੱਧਾਂ ਨੇ ਕਿਹਾ ਮਹਾਰਾਜ ਕਿਵ ਕਿਵੇਂ? ਸਚਿਆਰ ਸੱਚੇ ਦੀ, ਸਚਿਆਰ ਸੱਚ ਦਾ ਮਾਲਕ ਵਾਹਿਗੁਰੂ, ਤੇ ਉਹਦੀ ਪ੍ਰਾਪਤੀ ਵਾਲੇ ਕਿਵੇਂ ਹੋਈਏ? ਫਿਰ ਅਸੀਂ ਸੱਚ ਨੂੰ ਪ੍ਰਾਪਤ ਕਰਕੇ ਪਰਮਾਤਮਾ ਨੂੰ, ਜਿਵੇਂ ਧਨ ਨੂੰ ਪ੍ਰਾਪਤ ਕਰਕੇ ਕੋਈ ਧਨੀ ਹੁੰਦਾ ਹੈ, ਸਿਆਣਪ ਨੂੰ ਪ੍ਰਾਪਤ ਕਰਕੇ ਸਿਆਣਾ ਹੁੰਦਾ ਹੈ। ਤੇ ਇਸੇ ਤਰ੍ਹਾਂ ਜੇ ਸਚਿਆਰ ਤਾਂ ਹੀ ਹੋਊਗਾ ਜੇ ਸੱਚ ਦੀ ਪ੍ਰਾਪਤੀ ਹੋਊਗੀ। ਸੱਚ ਕੌਣ ਹੈ? ਵਾਹਿਗੁਰੂ। ਆਦਿ ਸੱਚ ਜੁਗਾਦ ਸੱਚ। ਕਿਵ ਸਚਿਆਰਾ ਹੋਈ ਹੈ, ਤੇ ਸੱਚ ਦੀ ਪ੍ਰਾਪਤੀ ਵਾਲੇ ਕਿਵੇਂ ਹੋਈਏ? ਤੇ ਕਿਵ ਕੂੜਾ ਟੁੱਟੇ ਪਾਲ। ਕੂੜ ਨਾਮ ਹੈ ਝੂਠ ਦਾ, ਉਹਦੀ ਪਾਲ ਨਾਮ ਹੈ ਵੱਟ ਦਾ। ਤੇ ਵੱਟ ਤੋਂ ਭਾਵ ਪਰਦਾ, ਜਿਹੜਾ ਸਾਡੇ ਮਨ ਤੇ ਪਰਮਾਤਮਾ ਦੇ ਵਿਚਾਲੇ ਪਰਦਾ ਬਣਿਆ। ਇਹਨੂੰ ਕੰਧ ਕਹਿ ਲਓ, ਇਹਨੂੰ ਵੱਟ ਕਹਿ ਲਓ। ਵੱਟ ਦਾ ਮਤਲਬ ਵੀ ਜਿਵੇਂ ਜ਼ਿਮੀਂਦਾਰ ਖੇਤ 'ਚ ਪਾਣੀ ਲਾਉਂਦਾ ਹੈ, ਜੇ ਉਹ ਵੱਟ ਨਾ ਪਾਈ ਹੋਵੇ ਤਾਂ ਪਾਣੀ ਖੁੱਲ੍ਹਾ ਫਿਰੂ, ਕਿਆਰੇ 'ਚ ਥੋੜ੍ਹੀ ਜਾਊਗਾ। ਵੱਟ ਰੋਕ ਦਾ ਨਾਂ ਹੈ। ਤੇ ਦੀਵਾਰ ਕਹੋ, ਵੱਟ ਕਹੋ, ਪਰਦਾ ਕਹੋ, ਪਰਦਾ ਵੀ ਰੋਕ ਤੋਂ ਭਾਵ ਹੈ। ਵੀ ਜਿਹੜਾ ਪਰਦਾ ਅਗਿਆਨ ਦਾ ਬਣਿਆ ਹੋਇਆ ਹੈ, ਇਹ ਝੂਠ ਦਾ ਪਰਦਾ ਹਉਮੈ ਦਾ ਬਣਿਆ ਹੋਇਆ ਹੈ। ਕਿਵ ਸਚਿਆਰਾ ਹੋਈ ਹੈ, ਪਰਮਾਤਮਾ ਦੀ ਸੱਚੇ ਦੀ ਪ੍ਰਾਪਤੀ ਵਿੱਚ ਕਿਵ ਕੂੜਾ ਟੁੱਟਾ। ਪਰ ਇਹ ਝੂਠ ਦਾ ਪਰਦਾ ਹੈ ਜਿਹੜਾ ਹਉਮੈ ਦਾ, ਜਿਹੜਾ ਪਰਮਾਤਮਾ ਤੋਂ ਦੂਰ ਰੱਖ ਰਿਹਾ, ਇਹ ਕਿਵੇਂ ਟੁੱਟੇਗਾ ਮਹਾਰਾਜ? ਇਹ ਪੰਕਤੀ ਸਾਰਾ ਪ੍ਰਸ਼ਨ ਹੀ ਹੈ। ਉੱਤਰ ਮਗਾਂ ਵਾਲੀ ਪੰਕਤੀ ਜੀ ਦਿੰਦੇ ਨੇ ਮਹਾਰਾਜ ਸਾਹਿਬ ਜੀ। ਹੁਕਮ ਰਜਾਏ ਚੱਲਣਾ, ਨਾਨਕ ਲਿਖਿਆ ਨਾਲ। ਮਹਾਰਾਜ ਸਾਹਿਬ ਜੀ ਕਹਿੰਦੇ ਹੁਕਮ, ਜੋ ਹੁਕਮ ਕਰਨ ਵਾਲਾ, ਇੱਥੇ ਮੰਮੇ ਨੂੰ ਸਿਹਾਰੀ ਲੱਗੀ ਹੈ ਨਾ ਹੁਕਮ ਦੇ, ਉਹ ਸਿਹਾਰੀ ਜਿਹੜੀ ਆ ਅਰਥ ਵਿੱਚ ਬੋਲੂਗੀ, ਤੇ ਇਹਦਾ ਅਰਥ ਬਣ ਜੂ ਹੁਕਮੀ। ਅਰਥ ਵਿੱਚ ਬੋਲੂਗਾ ਹੁਕਮੀ, ਉਸ ਤਰ੍ਹਾਂ ਪੜ੍ਹਨ 'ਚ ਹੁਕਮ ਮੰਮੇ ਸਿਹਾਰੀ। ਹੁਕਮ ਜੋ ਹੁਕਮੀ ਕਹੀਏ, ਹੁਕਮ ਕਰਨ ਵਾਲਾ ਕੌਣ ਹੈ? ਵਾਹਿਗੁਰੂ। ਕਹਿੰਦੇ ਉਹਦੀ ਰਜਾਈ ਕੀ ਹੈ? ਰਜਾ, ਆਗਿਆ ਵਿੱਚ ਚੱਲਣ ਦੇ ਨਾਲ, ਭਾਣਾ ਮੰਨਣ ਦੇ ਨਾਲ। ਤੇ ਕੂੜ ਦੀ ਕੰਧ ਜਿਹੜੀ ਹੈ, ਕੂੜ ਦਾ ਪਰਦਾ ਜਿਹੜਾ ਹੈ, ਇਹ ਟੁੱਟ ਜਾਂਦਾ। ਜਿਹੜਾ ਜੀਵ ਤੇ ਈਸ਼ਵਰ ਦੇ ਵਿਚਾਲੇ ਇੱਕ ਪਰਦਾ ਬਣਿਆ, ਉਹ ਕੀ ਹੈ? ਹਉਮੈ ਦਾ। ਤੇ ਇਸ ਕਰਕੇ ਇਹ ਟੁੱਟ ਸਕਦੀ ਹੈ। ਤੇ ਇਹਦਾ ਜੁਗਤੀ ਕੋਈ ਹੈ ਵੀ ਜੋ ਪ੍ਰਲਬਧ ਅਨੁਸਾਰ ਪਦਾਰਥ ਸਾਨੂੰ ਪ੍ਰਾਪਤ ਹੋਣਾ ਹੈ, ਉਹ ਸਾਰਿਆਂ ਦੇ ਨਾਲ ਹੀ ਲਿਖਿਆ, ਨਾਨਕ ਲਿਖਿਆ ਨਾਲ। ਉਹ ਤਾਂ ਜੈਸੀ ਕਲਮ ਬੁੜੀ ਹੈ ਮਸਤਕ, ਉਦੋਂ ਵੱਧ ਤਾਂ ਮਿਲਣਾ ਨਹੀਂ। ਉਦੋਂ ਵੱਧ ਸਾਡੀ ਕਲਪਨਾ ਹੈ ਜਿਹੜੀ ਸਾਨੂੰ ਬੇਚੈਨ ਕਰਦੀ ਹੈ। ਸਬਰ ਸੰਤੋਖ, ਪ੍ਰੀਦਾ ਸਾਬਰ ਅੰਦਰ ਸਾਬਰੀ, ਤਨ ਏਵੇ ਜਾ ਲੈਨ ਹੁਣ ਜਿਹਦੀ ਖੁਦਾਏ ਦੇ ਭੇਦ ਨਾ ਕਿਸੇ ਦਿਨ। ਤੇ ਸਬਰ ਸੰਤੋਖ ਜਿਹੜਾ ਹੈ, ਮਾਰੇ ਕਹਿੰਦੇ ਹੁਕਮ ਰਜਾਈ ਚੱਲਣਾ, ਆਪ ਗਵਾਏ ਨਾ ਆਪ ਜਨਾਇਆ। ਭਾਈ ਗੁਰਦਾਸ ਨੇ ਇਹ ਪੰਕਤੀਆਂ ਉਚਾਰਨ ਕੀਤੀਆਂ। ਤੇ ਇਹਦੇ ਨਾਲ ਲਿਖਿਆ ਹੋਇਆ ਵੀ ਪਰਮੇਸ਼ਰ ਵਾਹਿਗੁਰੂ ਨੇ ਪ੍ਰਲਭਤ, ਜਿਹਦਾ ਸਿਮਰਨ ਕਰਕੇ ਰਜਾ ਵਿੱਚ ਚੱਲ ਕੇ, ਜਿਹਦਾ ਸਿਮਰਨ ਕਰਕੇ ਉਹਦੀ ਆਗਿਆ ਰਜਾ ਵਿੱਚ ਚੱਲ ਕੇ ਕੋੜ ਦੀ ਪਾਲ ਟੁੱਟਣੀ ਹੈ।
ਉਹਦਾ ਸਿਮਰਨ ਕਰੋ। ਉਹ ਪਰਮੇਸ਼ਰ ਦੇ ਨਾਲ ਹੀ ਇੱਕ ਓਂਕਾਰ ਸਤਨਾਮ ਲਿਖੇ ਹੋਇਆ, ਫਿਰ ਸਤਨਾਮ ਦਾ ਜਾਪ ਮੂਲ ਮੰਤਰ ਦਾ ਕਰੋ, ਗੁਰਮੰਤਰ ਦਾ ਕਰੋ। ਇਹਦੇ ਨਾਲ ਇਸ ਤਰੀਕੇ ਦੇ ਨਾਲ ਹੈ। ਬਾਕੀ ਜੇ ਤੁਸੀਂ ਕਹੋ ਸਿਆਣਪਾਂ ਦੇ ਨਾਲ, ਮੌਨ ਧਾਰਨ ਕਰਨ ਦੇ ਨਾਲ, ਨਕਲੀ ਸੁੱਚ ਪਵਿੱਤਰਤਾ ਜਿਹੜੀ ਹੈ ਐਵੇਂ ਨਹਾਉਣ ਧੋਣ ਜਿਹੜਾ ਉਸ ਤਰ੍ਹਾਂ ਦੀ, ਇਹ ਨਹੀਂ ਹੈ ਵੀ ਗੁਰਸਿੱਖਾਂ ਨੂੰ ਤਾਂ ਮਾਨੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਪਖੰਡ ਵਾਲੀ ਜਿਹੜੀ ਕਿਰਿਆ ਉਹਦਾ ਖੰਡਨ ਕੀਤਾ ਹੈ। ਮੌਨ ਧਾਰਨ ਕਰ, ਇਹਨਾਂ ਸਾਰੇ ਚਾਰਾਂ ਸਾਧਨਾਂ ਦਾ ਖੰਡਨ ਕਰਕੇ ਆਪਣੇ ਨਿਰਮਲ ਪੰਥ ਦੀ ਨਿਰਮਲ ਵਿਚਾਰਧਾਰਾ ਗੁਰੂ ਨਾਨਕ ਨੇ ਸਿੱਧਾ ਨੂੰ ਪ੍ਰਗਟ ਕੀਤੀ ਅਤੇ ਸਿੱਧਾ ਨੇ ਗੁਰੂ ਬਾਬਾ ਜੀ ਦਾ ਲੋਹਾ ਮੰਨਿਆ, ਨਮਸਕਾਰ ਕੀਤੀ। ਹੁਣ ਜਿਹੜੀ ਵੇਦਾਂ ਸ਼ਾਸਤਰਾਂ ਦੀ ਪ੍ਰਣਾਲਕ ਹੈ ਅਤੇ ਉਹ ਆਪਣੇ ਥਾਂ 'ਤੇ ਜਿਹੜੀ ਗੁਰਮਤਿ ਦੀ ਪ੍ਰਣਾਲਕ ਹੈ, ਵੇਦਾਂ ਸ਼ਾਸਤਰਾਂ ਦੀ ਪ੍ਰਣਾਲਕ ਹੈ ਉਹ ਆਪਣੇ ਥਾਂ 'ਤੇ ਹੈ। ਗੁਰਮਤਿ ਦੀ ਪ੍ਰਣਾਲਕ ਹੈ ਕਿ ਜੀਵ ਗੁਰਬਾਣੀ ਅਨੁਸਾਰ, ਗੁਰੂ ਦੀ ਮਰਿਆਦਾ ਅਨੁਸਾਰ, ਗੁਰੂ ਦੀ ਰਜ਼ਾ ਵਿੱਚ ਚੱਲੇ। ਇਹ ਸਾਰੀ ਪੌੜੀ ਦਾ ਜਿਹੜਾ ਮੁੱਖ ਭਾਗ ਕੀ ਹੈ, ਸਮੁੱਚੇ ਇੱਕ ਵਾਰੀ ਅਰਥ 'ਤੇ ਨਿਗਾਹ ਮਾਰ ਲਈਏ ਜਿਹੜਾ ਆਪ ਜੀ ਨੇ ਸੁਣਿਆ ਸਾਰਿਆਂ ਨੇ। ਸਰੀਰ ਦੀ ਪਵਿੱਤਰਤਾ, ਬਾਣੀ ਦੀ ਮੌਨਤਾ, ਵਰਤ ਰੱਖਣੇ, ਸ਼ਾਸਤਰਾਂ ਦੀਆਂ ਸਿਆਣਪਾਂ, ਇਹਨਾਂ ਸਾਧਨਾਂ ਕਰਕੇ ਕਿਸੇ ਪ੍ਰਕਾਰ ਵੀ ਮਨ ਜਿੱਤਿਆ ਨਹੀਂ ਜਾਂਦਾ ਅਤੇ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸਿਆਣਪਾਂ ਦੇ ਮੌਤ ਤੋਂ ਬਚਿਆ ਨਹੀਂ ਜਾ ਸਕਦਾ, ਅਫਲਾਤੂ ਨਹੀਂ ਬਚਿਆ। ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ ਜੇ ਪਰਮੇਸ਼ਰ ਦੇ ਭਾਣੇ ਵਿੱਚ ਚੱਲੇ। ਉਹਦੇ ਹੁਕਮ ਦਾ ਨਾਮ ਹੈ ਜਿਹੜਾ ਸਤਨਾਮ ਮੂਲ ਮੰਤਰ, ਇਹ ਲਿਖਿਆ ਹੋਇਆ ਨਾਲੇ। ਇਸ ਹੁਕਮ ਦੇ ਵਿੱਚ ਤੁਰਦਿਆਂ ਹੋਇਆਂ ਸਰੀਰ ਨੂੰ ਮਿਥਿਆ ਅਧਿਆਸ ਦੀ ਪਾਲ ਟੁੱਟ ਜਾਂਦੀ ਹੈ, ਉਹ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹ ਪਹਿਲੇ ਪੌੜੀ ਦਾ ਸੰਖੇਪ ਸਿਧਾਂਤ ਹੈ ਜਿਹੜਾ ਦੂਹਰੀ ਵਾਰ ਤੁਸੀਂ ਸੁਣ ਲਿਆ। ਸੋਚੈ ਸੋਚ ਤੋਂ ਲੈ ਕੇ ਨਾਨਕ ਲਿਖਿਆ ਨਾਲ ਤੱਕ ਇਹ 102 ਅੱਖਰ ਨੇ। 102 ਅੱਖਰਾਂ ਦੇ ਵਿੱਚ ਆ ਸਾਰਾ ਸਿਧਾਂਤ ਪਦਾਂ ਵਿੱਚ ਜੋੜਿਆ। ਤੋ ਇੱਥੇ ਹੀ ਸਾਸ ਜੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।